ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਲ ਸੀ 2020 ਦਾ ਤੇ ਮਹੀਨਾ ਨਵੰਬਰ, ਸ਼ਾਇਦ ਤਰੀਕ 9 ਸੀ। ਕੈਪਟਨ ਅਮਰਿੰਦਰ ਸਿੰਘ ਸੀਬੀਆਈ ਤੋਂ ਜਨਰਲ ਕੰਸੈਂਟ ਵਾਪਸ ਲੈ ਲੈਂਦੇ ਆ। ਇਸ ਤੋਂ ਪਹਿਲਾਂ ਸੀਬੀਆਈ ਜਦੋਂ ਮਰਜੀ ਜਿੱਥੇ ਮਰਜੀ ਸਟੇਟ ਵਿੱਚ ਦਸਤਕ ਦੇ ਸਕਦੀ ਸੀ, ਪਰ ਈਡੀ ਤਾਂ ਖੁੱਲੀ ਹੋਈ ਆ ਨਾ ਜੀ। ਤੇ ਉਧਰ ਸਸੋਦੀਆ ਸਾਹਿਬ ਨੂੰ ਈਡੀ ਨੇ ਅਰੈਸਟ ਕਰ ਲਿਆ। ਅੱਜ ਉਹਨਾਂ ਦੇ ਬਾਹਰ ਆਉਣ ਦੇ ਕਾਫੀ ਅਸਾਰ ਸੀ ਬਕੌਲ ਕੇਜਰੀਵਾਲ, ਪਰ ਈਡੀ ਦੀ ਹਿਰਾਸਤ ਵਿੱਚ ਸਤਿੰਦਰ ਜੈਨ ਲੰਬਾ ਸਮਾਂ ਹੋ ਗਿਆ ਜੁਡੀਸ਼ੀਅਲ ਹਿਰਾਸਤ ਵਿੱਚ। ਕੀ ਇਹ ਤਾਰਾਂ ਪੰਜਾਬ ਵੱਲ ਜੁੜ ਰਹੀਆਂ ਨੇ? ਐਕਸਾਈਜ਼ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਖਜ਼ਾਨੇ ਨੂੰ ਮਾਲਾਮਾਲ ਕਰ ਰਹੀ ਆ, ਮਾਲੀਆ 9000 ਕਰੋੜ ਦੇ ਆਸ-ਪਾਸ ਟੱਚ ਕਰਨ ਵਾਲਾ ਹੈ। ਮਤਲਬ ਕਿ ਇਹ ਐਕਸਾਈਜ਼ ਪਾਲਿਸੀ ਨੇ ਪਿਛਲੀਆਂ ਸਾਰੀਆਂ ਪਾਲਿਸੀਜ਼ ਨਾਲੋਂ ਵੱਧ ਪੈਸੇ ਕਮਾ ਕੇ ਦਿੱਤੇ ਪੰਜਾਬ ਨੂੰ। ਪਰ ਫਿਰ ਇਹਦੇ ਤੇ ਇਹ ਬੱਦਲ ਕਿਉਂ? ਕਿਸੇ ਦੀ ਗ੍ਰਿਫਤਾਰੀ ਦਾ ਡਰ ਕਿਉਂ? ਅੰਦਰ ਸਹਿਮ ਕਿਉਂ? ਯੂਟੀ ਦੇ ਵਿੱਚੋਂ ਹੌਲੀ-ਹੌਲੀ ਅਧਿਕਾਰੀ ਤੇ ਵੱਡੇ ਬੰਦੇ ਪੰਜਾਬ ਵੱਲ ਰਾਤਾਂ ਕਿਉਂ ਕੱਟਣ ਲੱਗ ਪਏ? ਇਹ ਸਵਾਲ ਅੱਗੇ ਜਾ ਕੇ ਐਡਰੈਸ ਕਰਦੇ ਆ। ਕੀ ਪੰਜਾਬ ਦੇ ਵਿੱਚ ਵੀ ਕੋਈ ਗ੍ਰਿਫਤਾਰੀਆਂ ਹੋ ਸਕਦੀਆਂ ਦਿੱਲੀ ਨਾਲ ਕਨੈਕਸ਼ਨ ਕਰਕੇ? ਅਗਲਾ ਮਾਮਲਾ, ਵਿਧਾਨ ਸਭਾ 'ਚ ਰੌਲਾ ਖੂਬ ਪਿਆ ਕਿ ਅਮਨ ਕਾਨੂੰਨ ਦੀ ਸਥਿਤੀ। ਅੰਮ੍ਰਿਤਪਾਲ ਦਾ ਮਾਮਲਾ, ਰਾਜਾ ਵੜਿੰਗ ਖੈਬੜੇ, ਇੱਥੋਂ ਤੱਕ ਕਿ ਵਿਰੋਧੀ ਤਰ੍ਹਾਂ ਵਾਕਆਊਟ ਵੀ ਇੱਕ ਵਾਰੇ ਕਰ ਜਾਂਦੀਆਂ ਨੇ ਇਸ ਮਾਮਲੇ ਤੇ। ਸਰਕਾਰ ਚੁੱਪ ਰਹਿੰਦੀ ਆ, ਖਾਮੋਸ਼, ਇੱਕ ਲਫ਼ਜ਼ ਨਹੀਂ। ਪਰ ਕੱਲ ਇੱਕ ਕਾਰਵਾਈ ਪੈਂਦੀ ਆ। ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਆਪਰੇਟ ਕਰਨ ਵਾਲੇ ਉਹਨਾਂ ਦੇ ਹੈਂਡਲਰ ਫੜ ਲਏ ਜਾਂਦੇ ਆ। ਉਹਨਾਂ ਦੇ ਖਿਲਾਫ ਨੋਟਿਸ ਸੀਗਾ ਤੇ ਉਹਨਾਂ ਨੂੰ ਲੰਡਨ ਜਾਣ ਤੋਂ ਪਹਿਲਾਂ ਗ੍ਰਿਫਤਾਰ ਕਰ ਲਿਆ। ਇਹਦਾ ਮਤਲਬ ਚੁੱਪ ਚਪੀਤੇ ਕੁਝ ਕਾਰਵਾਈਆਂ ਅਮਲ 'ਚ ਆਉਂਦੀਆਂ ਰਹਿੰਦੀਆਂ। ਇਹਦੇ ਉੱਤੇ ਕੀ ਰਿਐਕਸ਼ਨ ਆਊਗਾ ਇਹ ਦੇਖਣਾ ਬੜਾ ਅਹਿਮ ਹੋਊਗਾ। ਹਰਪਾਲ ਸਿੰਘ ਚੀਮਾ ਥੋੜੀ ਦੇਰ ਬਾਅਦ ਬਜਟ ਪੇਸ਼ ਕਰ ਦੇਣਗੇ। ਇਹਦੇ ਉੱਤੇ ਵੀ ਕਾਫੀ ਬਹਿਸ ਦੀ ਲੋੜ ਹੈ ਕਿ ਪਿਛਲੇ ਸਾਲਾਂ 'ਚ ਸਾਡੇ ਟੀਚੇ ਕੀ ਸੀ, ਮਾਲੀਆ ਕਿੰਨਾ ਇਕੱਠਾ ਹੋਇਆ, ਕਿੰਨੇ ਅਸੀਂ ਖਰਚੇ ਕਰਨੇ ਸੀ, ਕਿੰਨੇ ਕੀਤੇ, ਕਿੰਨਾ ਡੈਟ ਰਿਹਾ। ਵੈਸੇ ਇਹ ਥੋੜੀਆਂ ਜੀਆਂ ਅਕਾਊ ਗੱਲਾਂ ਹੁੰਦੀਆਂ, ਵਿੱਚ ਜਾ ਕੇ ਕਰਾਂਗੇ ਤੁਹਾਨੂੰ ਤੰਗ ਨਹੀਂ ਕਰਦੇ। ਡੇਰਾ ਮੁਖੀ ਖਿਲਾਫ ਇੱਕ ਕੇਸ ਰਜਿਸਟਰਡ ਹੁੰਦਾ ਹੈ। ਹਾਈ ਕੋਰਟ ਦੇ 2 ਫੈਸਲੇ ਅਤੈਮ ਆ। ਤੁਸੀਂ ਜਿੱਥੇ ਮਰਜ਼ੀ ਧਰਨਾ ਲਾ ਕੇ ਬਹਿ ਜਾਂਦੇ ਹੋ। ਆਮ ਬੰਦੇ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੁੰਦੀ ਹੈ, ਸ਼ਾਇਦ ਹਾਈ ਕੋਰਟ ਇਹ ਕਹਿਣਾ ਚਾਹੁੰਦੀ ਆ। ਪਰ ਨਾਲ ਦੀ ਨਾਲ ਹਾਈ ਕੋਰਟ ਬੇਮਤਲਬ ਦੀਆਂ FIRs ਤੇ ਵੀ ਖਫਾ ਹੈ। ਇੱਕ ਜਗ੍ਹਾ 1 ਲੱਖ ਦਾ ਜੁਰਮਾਨਾ ਲਾਇਆ ਗਿਆ ਸ਼ਿਕਾਇਤਕਰਤਾ ਨੂੰ, ਜਿਹਨੇ ਫਾਲਤੂ ਮੁੱਛ ਰੱਖਣ ਲਈ ਈਕੋ ਦਾ ਸਵਾਲ ਬਣਾ ਕੇ FIR ਕਰਵਾਈ ਸੀਗੀ। ਇਹਦੇ ਨਾਲ 2 ਹੋਰ ਵੱਡੇ ਮਾਮਲੇ ਆ ਜਿਨ੍ਹਾਂ ਨੂੰ ਅੱਗੇ ਜਾ ਕੇ ਲਵਾਂਗੇ। ਗੋਇੰਦਵਾਲ ਜੇਲ੍ਹ ਨਾਲ ਜੁੜਿਆ। ਕੱਲ ਸੁਖਜਿੰਦਰ ਰੰਧਾਵਾ ਕਹਿੰਦੇ ਸੀ ਮਨੋਬਲ ਨਾ ਤੋੜੋ ਅਧਿਕਾਰੀਆਂ ਦਾ, ਬੜੀ ਔਖੇ ਹਾਲਾਤ ਵਿੱਚ ਕੰਮ ਕਰਦੇ ਆ। ਆਪਾਂ ਜੇ ਸਭ ਤੋਂ ਪਹਿਲਾਂ ਚੱਲੀਏ, ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਦਾ ਹੈ। ਉਹ ਕਹਿੰਦੇ ਹੁੰਦੇ ਆ ਚੰਡੀਗੜ੍ਹ ਢਹਿ ਜੂ ਪਿੰਡਾਂ ਜੋਗਾ ਤਾਂ ਰਹਿ ਜੂ, ਸਾਡੇ ਪਿੰਡਾਂ 'ਚ ਕਹਾਵਤ ਹੈ। ਪਰ ਢਹਿਣ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਵੈਸੇ ਹੀ ਵੱਖ ਕਰਤਾ ਜਾਂਦਾ, ਮੱਖਣ 'ਚੋਂ ਵਾਲ ਵਾਂਗ ਕੱਢਤਾ ਜਾਂਦਾ ਹੈ। ਯੂਟੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ SSP ਜਿਹੜੇ ਕਿ ਪੰਜਾਬ ਤੋਂ ਜਾਂਦੇ ਆ, ਉਹਨਾਂ ਦੀਆਂ ਤਾਕਤਾਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਖੋਲੀਆਂ ਗਈਆਂ। ਆਖਰ ਇਹ ਵਰਤਾਰੇ ਕਿਉਂ? ਕਦੇ ਸਾਡਾ ਉੱਥੇ ਸਿੱਕਾ ਤੂਤੀ ਬੋਲਦੀ ਸੀ, ਅੱਜ ਸਾਨੂੰ ਹੌਲੀ ਹੌਲੀ ਮਹਿਰੂਮ ਕਰਤਾ ਗਿਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਇਹੀ ਗੱਲ ਨੂੰ ਐਕਸਪਲੇਨ ਕਰ ਦਿਓ। ਐਕਸਾਈਜ਼ ਪਾਲਿਸੀ ਤੇ ਡਰਾਂ ਤੇ ਬਾਅਦ ਚ ਆਉਂਦੇ ਆ। ਇਹ ਆਖਰ ਚੰਡੀਗੜ੍ਹ ਦੇ SSP ਤੋਂ ਤਾਕਤਾਂ ਕਿਉਂ ਖੋਲੀਆਂ ਗਈਆਂ? ਫਿਰ ਹੋਰ ਮਾਮਲਿਆਂ ਜਿਹੜੀਆਂ ਕਾਡਰ ਪੋਸਟਾਂ ਸੀ ਕਿੱਦਾਂ ਸਾਡੇ ਤੋਂ ਵੱਖ ਹੋਈਆਂ? ਇਹ ਆਪਾਂ ਇੰਦਰਪ੍ਰੀਤ ਜੀ ਤੋਂ ਪੁੱਛਾਂਗੇ। ਪਿਛਲੇ ਦਿਨਾਂ ਦੇ ਵਿੱਚ DGP ਚੰਡੀਗੜ੍ਹ ਪਰਵੀਰ ਰੰਜਨ ਉਹਨਾਂ ਨੇ ਇੱਕ ਆਰਡਰ ਕੱਢਿਆ ਜਿਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਹੁਣ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਦੀ ਟ੍ਰਾਂਸਫਰ ਹੁਣ SSP ਚੰਡੀਗੜ੍ਹ ਜਿਹੜੇ ਪੰਜਾਬ ਕੈਡਰ ਦੇ ਹੁੰਦੇ ਨੇ ਨਾਰਮਲੀ, ਔਰ ਹਜੇ ਜੁਆਇਨ ਨਹੀਂ ਕੀਤਾ, ਹੁਣੇ ਉਹਨਾਂ ਦਾ ਅਪਾਇੰਟਮੈਂਟ ਹੋ ਤੇ ਗਿਆ, ਸ਼ਾਇਦ ਅੱਜ ਉਹਨਾਂ ਦੀ ਜੁਆਇਨਿੰਗ ਹੈਗੀ ਹੈ ਕਮਰਦੀਪ ਕੌਰ। ਉਸ ਤੋਂ ਪਹਿਲੇ 1 ਦਿਨ ਪਹਿਲੇ ਇਹ ਆਰਡਰ ਕੱਢੇ ਗਏ ਕਿ ਇਸ ਤਰੀਕੇ ਦੀ ਕੋਈ ਵੀ ਪਾਵਰ ਹੁਣ ਪੰਜਾਬ ਕੈਡਰ ਦੇ SSP। ਭਾਸਕਰ ਸਾਹਿਬ, ਕਮਰਦੀਪ ਕੌਰ ਜੁਆਇਨ ਕਰ ਚੁੱਕੇ ਆ, ਸਲਾਮੀ ਲੈ ਚੁੱਕੇ ਆ, ਸਹੀ ਪਾ ਚੁੱਕੇ ਆ, ਕੰਮ ਸ਼ੁਰੂ ਕਰ ਚੁੱਕੇ ਆ। ਹੁਣ ਅੱਗੇ ਦੱਸੋ। ਹੁਣ ਇਹ ਜਿਹੜਾ ਕੱਲ ਆਰਡਰ ਜਿਹੜਾ ਨਿਕਲਿਆ, ਇਸ ਆਰਡਰ ਦੇ ਮਤਲਬ ਕੀ ਹੈ? ਚੰਡੀਗੜ੍ਹ ਦੇ ਵਿੱਚ ਪੰਜਾਬ ਕੈਡਰ ਦੇ SSP ਦੀ ਪਾਵਰਸ ਨੂੰ ਡਾਇਲਿਊਟ ਕਰਨਾ। ਇਹ ਕੋਸ਼ਿਸ਼ ਪਹਿਲੀ ਵਾਰ ਨਹੀਂ ਹੋਈ ਹੈ। ਮੈਨੂੰ ਯਾਦ ਹੈ ਕਿ 31/3/2021 ਨੂੰ ਵੀ ਇਦਾਂ ਦੇ ਸੇਮ ਆਰਡਰ ਨਿਕਲੇ ਸੀਗੇ, ਪਰ ਉਸ ਵਕਤ ਦੇ SSP ਨੇ ਜਿਹੜੇ
ਕੁਲਦੀਪ ਸਿੰਘ ਚਾਹਲ ਹੁਣ ਗਵਰਨਰ ਸਾਹਿਬ ਦੇ ਨਾਲ ਕੋਈ ਨਾਰਾਜ਼ਗੀਆਂ ਚੱਲ ਰਹੀਆਂ, ਉਹਨਾਂ ਦੇ ਆਬਜੈਕਸ਼ਨ ਤੋਂ ਬਾਅਦ ਠੀਕ ਅਗਲੇ ਦਿਨ 31/3/2021 ਨੂੰ ਇਹ ਆਰਡਰ ਵਿਡਰਾ ਵੀ ਹੋ ਗਏ ਸੀ ਔਰ ਸਾਰੀ ਦੀ ਸਾਰੀ ਉਹ ਪਾਵਰਾਂ ਜਿਹੜੀ ਚੰਡੀਗੜ੍ਹ ਦੇ ਐਸਐਸਪੀ ਤੋਂ ਲਿੱਤੀ ਸੀਗੀ ਉਹ ਸਾਰੀ ਰਿਸਟੋਰ ਕਰ ਦਿੱਤੀ ਗਈ ਸੀ। ਔਰ ਉਸ ਤੋਂ ਇਲਾਵਾ ਸੁਖਚੈਨ ਸਿੰਘ ਗਿੱਲ ਜਦ ਪੰਜਾਬ ਕੈਡਰ ਦੇ ਐਸਐਸਪੀ ਚੰਡੀਗੜ੍ਹ ਦੇ ਵਿੱਚ ਲੱਗੇ ਸੀ ਤਦ ਤੱਕ ਇਹ ਸਾਰੀ ਪਾਵਰਾਂ ਐਸਐਸਪੀ ਨੂੰ ਸੀਗੀ। ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਨਿਲੰਬਰੀ ਜਿਹੜੀ ਪੰਜਾਬ ਕੈਡਰ ਦੀ ਆਫੀਸਰ ਹੈਗੀ ਹੈ ਜਗਾ ਦਲੇ, ਉਹਨਾਂ ਨੂੰ ਜਦ ਐਸਐਸਪੀ ਲਾਇਆ ਗਿਆ ਸੀ ਤੇ ਫਿਰ ਇੱਕ ਵਾਰ ਸਾਰੀ ਦੀ ਸਾਰੀ ਉਹ ਪਾਵਰਾਂ ਹੈ ਕਿਹੜੀ ਸੀ, ਇਹ ਤੇ ਬੇਸਿਕਲੀ ਕਾਂਸਟੇਬਲ ਤੋਂ ਇੰਸਪੈਕਟਰ ਤੱਕ ਦੀ ਟ੍ਰਾਂਸਫਰ ਦੀ ਪਾਵਰਾਂ ਦੀ ਗੱਲ ਕੱਲ ਪਰਸੋਂ ਦੇ ਜਿਹੜੇ ਚਿੱਠੀ ਆਰਡਰ ਹੈਗੇ ਨੇ ਉਹਦੇ ਵਿੱਚ ਕੀਤੀ ਗਈ ਹੈ। ਉਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਦੀ ਸਾਰੀ ਪਾਵਰਾਂ ਐਸਐਸਪੀ ਯੂਟੀ ਤੋਂ ਲੈ ਲਿੱਤੀ ਗਈ ਸੀ ਔਰ ਸਾਈਬਰ ਕ੍ਰਾਈਮ ਸੈੱਲ, ਪੁਲਿਸ ਲਾਈਨ, ਇਹਨਾਂ ਸਾਰੀ ਪਾਵਰਾਂ ਨੂੰ ਇੱਕ ਵਾਰ ਬਿਲਕੁਲ ਹੀ ਚੰਡੀਗੜ੍ਹ ਦੇ ਐਸਐਸਪੀ ਜਿਹੜੇ ਫਿਰ ਦੁਬਾਰਾ ਮੈਂ ਕਹਿ ਰਿਹਾ ਪੰਜਾਬ ਕੈਡਰ ਦੇ ਹੁੰਦੇ ਨੇ ਉਹਨਾਂ ਤੋਂ ਇਹ ਸਾਰੀ ਪਾਵਰਸ ਵਿਡਰਾ ਕਰ ਲਿੱਤੀ ਗਈ ਸੀ ਔਰ ਚੰਡੀਗੜ੍ਹ ਦੇ ਐਸਐਸਪੀ ਇੱਕ ਬਿਲਕੁਲ ਰਬੜ ਸਟੈਂਪ ਦੀ ਤਰ੍ਹਾਂ ਰਹਿ ਗਏ ਸੀਗੇ। ਔਰ ਹੌਲੇ ਹੌਲੇ ਕਰਕੇ ਕਮਿਊਨੀਕੇਸ਼ਨ ਵਿੰਗ, ਚਾਰਜ ਆਫ ਕਮਾਂਡੈਂਟ ਆਫ IRB ਉਹ ਵੀ ਚਾਰਜ ਉਹਨਾਂ ਤੋਂ ਲੈ ਲਿਆ ਗਿਆ ਸੀ। ਇੰਟੈਲੀਜੈਂਸ ਵਿੰਗ ਜਿਹੜਾ ਬੜਾ ਮਹੱਤਵਪੂਰਨ ਹੁੰਦਾ ਹੈ ਕਿਸੇ ਵੀ ਯੂਟੀ ਵਾਸਤੇ ਜਾਂ ਕਿਸੇ ਵੀ ਸੂਬੇ ਵਾਸਤੇ, ਉਹ ਵੀ ਚੰਡੀਗੜ੍ਹ ਦੇ ਐਸਐਸਪੀ ਤੋਂ ਇਹ ਚਾਰਜ ਲੈ ਲਿਆ ਗਿਆ ਸੀ। ਪਬਲਿਕ ਵਿੰਡੋ ਵੀ ਇੱਕ ਇਸ ਤਰ੍ਹਾਂ ਦਾ ਹੁੰਦਾ ਜਿਹੜਾ ਕੰਪਲੇਂਟ ਸੈੱਲ ਹੁੰਦੇ ਜਿਹਦੇ ਵਿੱਚ ਕੰਪਲੇਂਟ ਲੋਕ ਕਰਦੇ ਨੇ, ਉਸ ਕੰਪਲੇਂਟ ਨੂੰ ਵੀ ਚੰਡੀਗੜ੍ਹ ਦਾ ਪੰਜਾਬ ਕੈਡਰ ਦਾ ਐਸਐਸਪੀ ਕਿਸੇ ਨੂੰ ਮਾਰਕ ਤੱਕ ਨਹੀਂ ਕਰ ਸਕਦਾ ਸੀ। ਪਰ ਕੁਲਦੀਪ ਸਿੰਘ ਚਾਹਲ ਉਹਨਾਂ ਦੇ ਟਾਈਮ ਤੇ ਇਹ ਸਾਰੀ ਪਾਵਰਾਂ ਰਿਸਟੋਰ ਕੀਤੀ ਗਈ ਸੀ ਤੇ ਹੁਣ ਫੇਰ ਦੁਬਾਰਾ ਉਹ ਪਾਵਰਾਂ ਇੱਕ ਵਾਰ ਦੁਬਾਰਾ ਪੰਜਾਬ ਦੇ ਕੈਡਰ ਦੇ ਐਸਐਸਪੀ ਤੋਂ ਲਿੱਤੀਆਂ ਜਾ ਰਹੀਆਂ। ਅੱਗੇ ਚੱਲ ਕੇ ਇਸ ਚੀਜ਼ ਦੇ ਉੱਤੇ ਕਿੰਨਾ ਕੁ ਪ੍ਰੋਟੈਸਟ ਹੁੰਦਾ ਹੈ, ਉਸ ਪ੍ਰੋਟੈਸਟ ਤੋਂ ਬਾਅਦ ਕੀ ਹੈ ਫੈਸਲਾ ਦੁਬਾਰਾ ਰੱਦ ਹੁੰਦਾ ਹੈ, ਇਹ ਹਜੇ ਦੇਖਣ ਵਾਲੀ ਗੱਲ ਹੈ। ਲੇਕਿਨ ਦੂਜੀ ਗੱਲ ਵੀ ਤੁਸੀਂ ਇੱਕ ਕਹੀ ਸੀਗੀ ਕਿ ਕੁਲਦੀਪ ਸਿੰਘ ਚਾਹਲ ਦੀ ਅੱਜ ਕੱਲ ਨਾਰਾਜ਼ਗੀ ਚੱਲ ਰਹੀ ਆ ਗਵਰਨਰ ਸਾਹਿਬ ਨਾਲ। ਮਾੜੇ ਬੰਦੇ ਦੀ ਕਾਹਦੀ ਨਾਰਾਜ਼ਗੀ ਹੁੰਦੀ, ਨਾਰਾਜ਼ਗੀ ਤੇ ਗਵਰਨਰ ਸਾਹਿਬ ਦੀ ਆ। ਚਾਹਲ ਸਾਹਿਬ ਤਾਂ ਭੁਗਤ ਰਹੇ ਨੇ। ਚਲੋ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ। ਅੱਜ ਸਾਡੇ ਪੰਜਾਬ ਦੇ ਸਾਰੇ ਪ੍ਰਤੀਨਿਧ, ਪੰਜਾਬ ਦੀ ਇੱਕ ਨੁੱਕਰ ਤੋਂ ਦੂਜੀ ਨੁੱਕਰ ਤੱਕ ਦੇ ਲੋਕਾਂ ਦੇ ਪ੍ਰਤੀਨਿਧ ਸਾਰੇ MLA ਵਿਧਾਨ ਸਭਾ 'ਚ ਨੇ। ਅੱਜ ਵੇਖਣਾ ਹੈ ਕਿ ਜ਼ੋਰ ਕਿਤਨਾ, ਠੀਕ ਹੈ ਨਾ, ਬਾਹਾਂ ਦਾ ਜ਼ੋਰ, ਲੱਤਾਂ ਦਾ ਜ਼ੋਰ, ਜ਼ਬਾਨ ਦਾ ਜ਼ੋਰ। ਕੋਈ ਬੋਲਦਾ ਵੀ ਹੈ ਕਿ ਦੰਦਲ ਪੈ ਜਾਂਦੀ ਹੈ ਕਿਉਂਕਿ ਲੜਨ ਨੂੰ ਤਗੜੇ ਬਾਹਾਂ ਇੰਜ ਟੰਗਦੇ ਆ, ਆਪਣੇ ਅਕਾਵਾਂ ਦੇ ਅੱਗੇ ਨੰਬਰ ਬਣਾਉਣ ਲਈ ਬੋਲਦੇ ਨੇ। ਇਹਨਾਂ ਦੀ ਜ਼ਬਾਨ ਖੁਸ਼ਕ ਹੋ ਜਾਂਦੀ ਹੈ ਲੜਨ ਲੱਗਿਆ। ਕੋਈ ਅੰਦੋਲਨ ਨਹੀਂ ਚੰਡੀਗੜ੍ਹ ਲਈ, ਕਿਸੇ ਦੀ ਲੱਤਾਂ ਨੇ ਭਾਰ ਹੀ ਨਹੀਂ ਝੱਲਿਆ ਕਿ ਬੰਦੇ ਖੜ ਕੇ ਬਹਿ ਜਾਓ, ਜਾ ਕੇ ਦੱਸੋ ਸਰਕਾਰਾਂ ਨੂੰ ਸਾਡੇ ਹਿੱਤ ਕਿੱਦਾਂ ਖਾ ਸਕਦੇ ਹੋ। 3 ਕਰੋੜ ਲੋਕਾਂ ਦੀ ਤੁਸੀਂ ਦਾਅਵੇ ਦੀ ਗੱਲ ਕਰਦੇ ਹੋ ਤੇ 3 ਕਰੋੜ ਲੋਕਾਂ ਕੋਲ ਰਾਜਧਾਨੀ ਦੇ ਨਾਂ ਤੇ ਕੱਖ ਨਹੀਂ। ਚਲੋ ਮੈਂ ਕਿਉਂ ਜਜ਼ਬਾਤੀ ਭਾਸ਼ਣ ਕਰ ਰਿਹਾ। ਹਾਂਜੀ ਹੁਣ ਦੱਸੋ ਇੰਦਰਪ੍ਰੀਤ ਜੀ, ਪਿੱਛੇ ਵੀ ਕਾਫੀ ਪੰਜਾਬ ਕੈਡਰ ਦੀਆਂ ਪੋਸਟਾਂ ਨਾਲ ਧੱਕਾ ਹੁੰਦਾ ਰਿਹਾ। ਸਾਡੇ ਆਪਣੇ ਉੱਥੇ ਬੈਠੇ ਮੁਸਕੜੀਏ ਹੱਸਦੇ ਰਹੇ, ਜਾਂ ਲੇਕ ਤੇ ਸੈਰ ਕਰ ਆਉਂਦੇ, ਜਾਂ ਕਿਸੇ ਕਲੱਬ ਚਲੇ ਜਾਂਦੇ, ਜਾਂ 1.5 ਕਿੱਲਿਆਂ ਦੇ ਵਿੱਚ ਕੋਠੀਆਂ 'ਚ ਆਨੰਦ ਮਾਣਦੇ ਨੇ। ਰੰਧਾਵਾ ਸਾਹਿਬ, ਇਹ ਨਾ ਇਸ਼ੂ ਬਹੁਤ ਹੀ ਪੁਰਾਣਾ ਹੋ ਗਿਆ ਔਰ ਮੈਨੂੰ ਲੱਗਦਾ ਕਿ ਹੁਣ ਤਾਂ ਇਹ ਜਸਟ ਰਸਮ ਅਦਾਇਗੀ ਰਹਿ ਗਿਆ। ਅੱਗੇ ਤੱਕ ਅਸੀਂ ਇਹ ਲਿਖਦੇ ਰਹਿੰਦੇ ਹੁੰਦੇ ਸੀ ਕਿ ਜੋ ਗਵਰਨਰ ਐਡਰੈਸ ਆਉਂਦਾ ਨਾ ਉਹਦੇ ਵਿੱਚ ਇੱਕ ਲਾਈਨ ਜ਼ਰੂਰ ਹੁੰਦੀ ਸੀਗੀ ਕਿ ਜੀ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਤੇ ਪੰਜਾਬ ਇਹਨੂੰ ਲੈ ਕੇ ਰਹੇਗਾ। ਹੁਣ ਉਹਦੇ ਗਵਰਨਰ ਐਡਰੈਸਾਂ ਚੋਂ ਇਹ ਲਾਈਨ ਵੀ ਗਾਇਬ ਹੋ ਗਈ ਹੈ। ਜੇ ਤੁਸੀਂ ਦੇਖਿਆ ਹੋਵੇ ਤੇ ਹੁਣ ਇਹ ਲਾਈਨ ਵੀ ਨਹੀਂ ਪਾਉਂਦੇ, ਯਾਨੀ ਕਿ ਇਹ ਰਸਮ ਅਦਾਇਗੀ ਵੀ ਛੋੜਤੀ ਆ ਹੁਣ। ਦੂਜੀ ਸਭ ਤੋਂ ਇਹਦੇ 'ਚ ਇੰਪੋਰਟੈਂਟ ਗੱਲ ਇਹ ਹੈ, ਅਸੀਂ ਵੈਸੇ ਜ਼ਰੂਰ ਕਹਿੰਦੇ ਰਹਿੰਦੇ ਹਾਂ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਇਹ ਕਰਨਾ ਉਹ ਕਰਨਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇ। ਪਰ ਅਸੀਂ ਜਦੋਂ ਵੀ ਇਹ ਚਾਹੇ ਯੂਟੀ ਹੋਵੇ, ਚਾਹੇ ਹੋਰ ਵੱਡੇ ਅਦਾਰੇ, ਚਾਹੇ BBMB ਹੈ, ਇਹ ਵੀ ਇੱਕ ਅਦਾਰਾ ਹੈ ਜਿਸ 'ਚ ਸਾਡਾ ਕੋਟਾ ਹੈ 55% ਦਾ। ਇਹ ਸਾਰੇ ਇਦਾਂ ਦੇ ਨੇ ਜਿਨ੍ਹਾਂ 'ਚ ਸਾਡੇ ਬੰਦੇ ਜਾਂਦੇ ਸੀ, ਤਨਖਾਹ ਉੱਥੋਂ ਮਿਲਦੀ ਸੀ, ਪਰ ਅਸੀਂ ਉੱਥੇ ਬੰਦੇ ਹੀ ਭੇਜਣੇ ਬੰਦ ਕਰਤੇ ਪਿਛਲੇ ਕਈ ਸਾਲਾਂ ਤੋਂ। ਤੇ ਤੁਸੀਂ ਇਹ ਦੇਖੋ ਕਿ ਹੁਣ ਹੌਲੀ ਕੀ ਹੋ ਰਿਹਾ। ਫਿਰ ਜਦੋਂ ਅਸੀਂ ਬੰਦੇ ਨਹੀਂ ਭੇਜਦੇ ਤਾਂ ਉੱਥੇ ਇਹ ਆਪਣੇ ਬੰਦੇ, ਫਿਰ ਕਿਉਂਕਿ ਕੰਮ ਤਾਂ ਦੇਖੋ ਯੂਟੀ ਨੇ ਵੀ ਚਲਾਣਾ ਹੈ, BBMB ਨੇ ਵੀ ਚਲਾਣਾ ਹੈ, ਹੋਰ ਜਿਹੜੇ ਅਦਾਰੇ ਨੇ ਉਹਨਾਂ ਨੇ ਵੀ ਚਲਾਣਾ ਹੈ। ਉਹ ਬਹੁਤ ਚਿੱਠੀਆਂ ਲਿਖਦੇ ਰਹਿੰਦੇ ਇਹਨਾਂ ਨੂੰ ਵੀ ਤੁਸੀਂ ਬੰਦੇ ਭੇਜੋ ਤੇ ਅਸੀਂ ਜਦੋਂ ਨਹੀਂ ਭੇਜਦੇ ਤਾਂ ਹੌਲੀ ਕਰਕੇ ਉਹ ਆਪਣੇ ਬੰਦੇ ਇਹਦੇ ਵਿੱਚ ਫਿਰ ਚਾਹੇ ਪਹਿਲਾਂ ਠੇਕੇ ਦੇ ਆਧਾਰ ਤੇ ਪਾਣ, ਚਾਹੇ ਕਿਸੇ ਹੋਰ ਤਰ੍ਹਾਂ ਪਾ ਲੈਂਦੇ ਆ। ਫਿਰ ਉਸ ਤੋਂ ਬਾਅਦ ਹੌਲੀ ਕਰਕੇ ਉਹ ਪੋਸਟ ਹੀ ਗਾਇਬ ਹੋ ਜਾਂਦੀ ਹੈ। ਦੇਖੋ ਸਿਟਕੋ ਦਾ MD ਸਾਡਾ ਸੀ, 1 ਸਾਲ ਹੋ ਗਿਆ ਵਰਿੰਦਰ ਸ਼ਰਮਾ ਜੀ ਦੇ, ਜਿਹੜੇ ਉਹਨਾਂ ਨੇ ਭੇਜਿਆ, ਨਾਮ ਭੇਜਿਆ ਹੋਇਆ ਸਿਟਕੋ ਦੇ MD ਵਾਸਤੇ, ਹਜੇ ਤੱਕ ਕੰਸੀਡਰ ਹੀ ਨਹੀਂ ਹੋਇਆ, ਯਾਨੀ ਕਿ ਉਹ ਸਾਡੇ ਹੱਥੋਂ ਪੋਸਟ ਨਿਕਲ ਗਈ। ਇਸੇ ਤਰ੍ਹਾਂ ਹੀ ਡਾਇਰੈਕਟਰ ਪਬਲਿਕ ਰਿਲੇਸ਼ਨ ਬਹੁਤ ਸਾਲਾਂ ਤੱਕ ਸਾਡੇ ਕੋਲ ਰਿਹਾ ਹੈ, ਹੁਣ ਨਹੀਂ ਹੈ।
ਇਸ ਤਰ੍ਹਾਂ ਦੀਆਂ ਕਈ ਪੋਸਟਾਂ ਇਦਾਂ ਦੀਆਂ ਨੇ, ਜਿਹੜਾ ਟੈਕਸੇਸ਼ਨ ਦੇ ਐਡੀਸ਼ਨਲ ਕਮਿਸ਼ਨਰ, ਉਸ ਤੋਂ ਬਾਅਦ ਕਮਿਸ਼ਨਰ, ਇਹ ਸਾਰੇ ਸਾਡੇ ਕੋਲ ਰਹਿੰਦੇ ਰਹੇ ਹੈ, ਹੁਣ ਨਹੀਂ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਗਵਰਨਮੈਂਟ ਆਫ ਇੰਡੀਆ ਨੇ ਜਦੋਂ ਤੋਂ ਖਾਸ ਤੌਰ ਤੇ ਯੂਟੀ ਕਾਡਰ ਦੇ ਅਫਸਰਾਂ ਨੂੰ ਇੱਥੇ ਚੰਡੀਗੜ੍ਹ 'ਚ ਲਗਾਉਣ ਦਾ ਇੱਕ ਉਹ ਲਿੱਤਾ ਹੋਇਆ ਫੈਸਲਾ, ਉਸ ਤੋਂ ਬਾਅਦ ਇੱਕ ਕਰਕੇ ਹਰ ਸਾਲ ਇੱਕ ਦੋ ਅਫਸਰ ਕਰਕੇ ਵਧਾਈ ਜਾ ਰਹੇ ਹੈ। ਤੇ ਜਿਹੜੇ ਇੱਥੇ ਦੇ ਸੀਗੇ, ਚਾਹੇ ਉਹ ਹਰਿਆਣਾ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ, ਇਹਨਾਂ ਦੇ ਅਫਸਰਾਂ ਦਾ ਜਿਹੜਾ ਉਹ ਹੈਗਾ ਬਹੁਤ ਥੋੜਾ ਹੈਗਾ। ਮੈਂ ਤੁਹਾਨੂੰ ਇੱਕ ਸਿੰਪਲ ਉਦਾਹਰਣ ਹੁਣ ਦੇਵਾਂਗਾ, ਇਹ ਤਾਂ ਚਲੋ ਇਹਨਾਂ ਦੀਆਂ ਗਲਤੀਆਂ ਨੇ, ਜਿਹੜੀ ਜਿੱਥੇ ਸਾਡੀ ਗਲਤੀ ਹੈ ਮੈਂ ਸਿਰਫ ਉਸ ਤੇ ਵੀ ਤੁਹਾਡਾ ਇੱਕ ਬਹੁਤ ਧਿਆਨ ਦਿਲਾਣਾ ਚਾਹੁੰਦਾ। ਪੰਜਾਬ ਦੇ ਕੋਲੇ BBMB 'ਚ 55% ਕੋਟਾ ਹੈ, ਉਹਦੇ 'ਚ ਖਰਚਾ ਵੀ ਔਰ ਉਹਦੇ ਨਫਰੀ ਵੀ ਉਹ ਸਾਡੀ ਹੈ। ਅਸੀਂ ਉਹਦਾ ਖਰਚਾ ਦੇਣਾ 55%, ਜਿਹੜੀ ਵੀ ਉਹਨੂੰ ਆਮਦਨ ਹੁੰਦੀ ਹੈ ਉਸ ਚੋਂ 55% ਸਾਡੇ ਤੋਂ ਕੱਟਿਆ ਜਾਣਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਸਾਡੇ ਹੁਣ ਸਿਰਫ 10 ਜਾਂ 12% ਉੱਥੇ ਕਰਮਚਾਰੀ ਰਹਿ ਗਏ ਹੈ, ਪਰ ਤਨਖਾਹ ਹਜੇ ਅਸੀਂ 55 ਦੇ ਹਿਸਾਬ ਨਾਲ ਕਟਵਾਉਂਦੇ ਹਾਂ। ਯਾਨੀ ਕਿ ਹੁਣ ਹਿਮਾਚਲ ਪ੍ਰਦੇਸ਼ ਦੇ ਉੱਥੇ ਲੱਗੇ ਹੋਏ ਨੇ ਬੰਦੇ, ਪਰ ਉਹਨਾਂ ਨੂੰ ਤਨਖਾਹ ਪੰਜਾਬ ਪੇ ਕਰ ਰਿਹਾ ਹੈ। ਕਿਉਂ ਸਾਡੇ ਬੰਦੇ ਉੱਥੇ ਨਹੀਂ ਭੇਜੇ ਜਾ ਰਹੇ? ਇੰਨਾ ਕੀ ਦਬਾਅ ਹੈ ਕਿ ਅਸੀਂ ਉੱਥੇ, ਔਰ ਹਜ਼ਾਰਾਂ ਦੀ ਤਾਦਾਦ 'ਚ, ਇਹ ਨਹੀਂ ਹੈ ਕਿ ਬਹੁਤ ਥੋੜੇ ਉੱਥੇ, ਬਹੁਤ ਸੈਂਕੜਿਆਂ ਦੀ ਤਾਦਾਦ 'ਚ ਉੱਥੇ ਕਰਮਚਾਰੀਆਂ ਨੇ ਲੱਗਣਾ ਹੈ, ਪਰ ਉਹ ਬਿਲਕੁਲ ਨਹੀਂ ਲੱਗ ਰਹੇ, ਜਾ ਹੀ ਨਹੀਂ, ਗਵਰਨਮੈਂਟਾਂ ਭੇਜ ਹੀ ਨਹੀਂ ਰਹੀਆਂ। ਇਹੀ ਬਹਾਨੇ ਬਣਾ ਦਿੰਦੇ ਆ ਕਿ ਸਾਡੇ ਕੋਲੇ ਜੀ ਆਪਣੇ ਕੋਲੇ ਕਮੀ ਹੈ, ਅਸੀਂ ਉੱਥੇ ਕਿਵੇਂ ਭੇਜੀਏ। ਜੇ ਆਪਣੇ ਕੋਲ ਕਮੀ ਹੈ ਤਾਂ ਆਪਾਂ ਉਹ ਪੋਸਟਾਂ ਨੂੰ ਪੂਰਾ ਕਰ ਲਈਏ, ਉੱਥੇ ਕਿਹੜਾ ਸਾਡਾ ਪੈਸਾ ਲੱਗ ਰਿਹਾ ਹੈ? ਤਨਖਾਹ ਬੱਚੇ ਸਾਡੇ ਲੱਗਣਗੇ, ਤਨਖਾਹ ਉੱਥੋਂ ਆਣੀ ਹੈ, ਉਂਝ ਵੀ ਅਸੀਂ ਤਨਖਾਹ ਦੇ ਰਹੇ ਹਾਂ। ਫਿਰ ਸਾਡੇ ਵਾਲੇ ਜਿਹੜੇ ਉਹ ਹੈਗੇ ਨੇ, ਇਸ ਤੇ ਕਿਉਂ ਨਹੀਂ ਧਿਆਨ ਦੇ ਰਹੇ? ਹਰ ਸਾਲ ਇਹ ਕੁਐਸਚਨ ਮੈਂ ਵੀ ਕਈ ਵਾਰੀ MLAs ਤੋਂ ਲਗਵਾ ਚੁੱਕਿਆ ਵੀ ਘੱਟੋ ਘੱਟ ਸ਼ਾਇਦ ਇਹ ਉੱਠ ਜੇ, ਪਰ ਇਹ ਹਰ ਵਾਰੀ ਕੁਐਸਚਨ ਜਿਹੜਾ ਹੈਗਾ ਉਹ ਜਾ ਕੇ ਅਨਸਟਾਰਟ 'ਚ ਲੱਗ ਜਾਂਦਾ ਹੈ, ਜਿਸ ਤੇ ਕਦੇ ਕੋਈ ਬਹਿਸ ਨਹੀਂ ਹੁੰਦੀ ਔਰ ਉਹ ਠੱਪ ਹੋ ਕੇ ਰਹਿ ਜਾਂਦਾ ਹੈ। ਕਿਉਂਕਿ ਕਈ ਵਾਰੀ ਸਾਡੇ ਜਿਹੜੇ ਹੈਗੇ ਆ ਇਰੀਗੇਸ਼ਨ ਸੈਕਟਰੀ ਰਹੇ ਨੇ, ਜਿਹੜੇ ਉਹ ਚਾਹੇ ਸੁਰੇਸ਼ ਕੁਮਾਰ ਜੀ ਰਹੇ ਹੋਣ, ਚਾਹੇ ਉਸ ਤੋਂ ਪਹਿਲਾਂ ਜਸਪਾਲ ਸਿੰਘ ਰਹੇ ਹੋਣ, ਸਾਰਿਆਂ ਨੇ ਮਤਲਬ ਇਸ ਗੱਲ ਤੇ ਹਰ ਵਾਰੀ 2.5 ਸੈਂਟ ਨੋਟ ਦਿੰਦੇ ਆ ਉੱਤੇ ਕਿ ਸਾਡੇ ਕਾਡਰ ਤੁਸੀਂ ਪੂਰਾ ਨਹੀਂ ਕਰਦੇ, ਪਰ ਬੰਦੇ ਭੇਜਦੇ ਨਹੀਂ ਹੈ। ਇਹ ਬਹੁਤ ਹੈਰਾਨੀਜਨਕ ਗੱਲ ਹੈ ਸਾਡੇ ਪਾਰਟ ਤੇ, ਦੋਨੋਂ ਤਰਫ ਤੋਂ ਗਲਤੀ ਹੈ। ਮੈਂ ਇਹ ਮੰਨਦਾ ਵੀ ਜਦੋਂ ਕੋਈ ਸਾਡੀਆਂ ਪੋਸਟਾਂ ਖੋਂਦਾ ਹੈ ਤਾਂ ਉਹ 'ਚ ਪੂਰੀ ਗਲਤੀ ਕੱਲੀ ਉਸ ਦੀ ਨਹੀਂ ਹੁੰਦੀ, ਕਿਤੇ ਨਾ ਕਿਤੇ ਲੈਪਸ ਸਾਡੀ ਵੀ ਹੁੰਦੀ ਹੈ। ਉਹਨੂੰ ਵੀ ਕਿਤੇ ਨਾ ਕਿਤੇ ਕੰਸੀਡਰ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਲਈ। ਕਿਹਦੇ ਕੋਲ ਫੁਰਸਤ ਹੈ ਜੀ? ਪੋਲੀਟੀਸ਼ੀਅਨ ਦੀ ਵੋਟ ਇੱਥੋਂ ਨਹੀਂ ਨਿਕਲਦੀ। ਇਹ ਸੈਂਸਿਟਿਵ ਮੁੱਦੇ ਨੇ, ਸਟੇਟ ਦੇ ਹਿੱਤਾਂ ਨਾਲ ਜੁੜਦੇ ਨੇ, ਪਰ ਲੋਕਾਂ ਨਾਲ ਨਹੀਂ ਜੁੜਦੇ। ਕਿਸੇ ਬੰਦੇ ਨੂੰ ਕੀ ਲੈਣਾ ਕਿ ਉੱਥੇ ਭਾਖੜੇ ਤੇ ਜਾ ਕੇ ਸਾਡੇ ਕਿੰਨੇ ਕੁ ਬੰਦੇ ਆ, BBMB 'ਚ ਸਾਡੇ ਕਿੰਨੇ ਕੁ ਬੰਦੇ ਆ। ਇੱਥੇ ਥੋੜੀ ਜਿਹੀ ਦੁਬਿਧਾ ਤੁਹਾਡੇ ਵੱਲੋਂ ਵੀ ਮੈਨੂੰ ਲੱਗਦਾ ਰੱਖੀ ਗਈ ਆ ਕਿ ਇੱਕ ਪਾਸੇ ਆਪਾਂ 55% ਪੈਸੇ ਦੇ ਰਹੇ ਹਾਂ, ਦੂਜੇ ਪਾਸੇ ਆਪਾਂ ਇਹ ਵੀ ਕਹਿ ਰਹੇ ਹਾਂ ਕਿ ਪੈਸੇ ਉਹਨਾਂ ਨੇ ਦੇਣੇ ਹੁੰਦੇ ਆ, ਅਸੀਂ ਤਾਂ ਬੰਦੇ ਹੀ ਭੇਜਣੇ ਹੁੰਦੇ ਆ। ਸੋ ਮੈਨੂੰ ਲੱਗਦਾ ਇੱਥੇ ਵੀ ਨਹੀਂ, ਦੁਬਿਧਾ ਨਹੀਂ ਹੈ। ਉਹ ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਮਿੰਟ ਕਲੈਰੀਫਾਈ ਕਰ ਦਿੰਦਾ। ਜਿਹੜੀ ਆਮਦਨ ਹੁੰਦੀ ਹੈ ਬਿਜਲੀ ਵੇਚ ਕੇ BBMB ਨੂੰ, ਜਿਹੜੀ ਬਿਜਲੀ ਵੇਚੀ ਜਾਂਦੀ ਹੈ ਉਸ ਤੋਂ ਜੋ ਆਮਦਨ ਹੁੰਦੀ ਹੈ ਉਸ ਦੇ 55 ਦਾ ਹਿੱਸਾ ਅਸੀਂ ਦੇਣਾ ਆਪਣੇ ਕਰਮਚਾਰੀਆਂ ਦਾ। ਯਾਨੀ ਉਹ ਤਾਂ ਚਾਹੇ ਹੁਣ ਦੇ ਵੀ ਰਹੇ, ਅਸੀਂ ਵੀ ਦੇ ਰਹੇ ਹਾਂ ਉਹ ਵਾਲਾ ਪੈਸਾ। ਐਕਚੁਅਲੀ ਹਜੇ ਤਾਂ BBMB ਦਾ, ਪਰ ਉਹ ਸਾਡਾ ਹਿੱਸਾ ਹੈ 55% ਉਹਦੇ 'ਚ ਜੀ। 55% ਸਾਨੂੰ ਪ੍ਰੋਫਿਟ ਮਿਲਦਾ ਜੀ ਉਹਦਾ? ਹਾਂ, ਸਾਨੂੰ ਮਿਲਣਾ ਹੁੰਦਾ, ਪਰ ਖਰਚਿਆਂ 'ਚ ਵੀ ਸਾਡਾ 55% ਹਿੱਸਾ ਹੈ, ਆਮਦਨ 'ਚ ਵੀ ਸਾਡਾ 55% ਹਿੱਸਾ। ਚਲੋ ਮੰਨ ਲੈਨੇ, ਕਦੇ ਇਹਦਾ ਹਿਸਾਬ ਕੱਢਾਂਗੇ ਵੀ ਅੱਜ ਤੱਕ ਖੱਟਿਆ ਕਮਾਇਆ ਕੀ ਜਾਂ ਭਰਪਾਈ ਕਰਦੇ ਮਰ ਗਏ। ਭਾਸਕਰ ਸਾਹਿਬ, ਐਕਸਾਈਜ਼ ਪਾਲਿਸੀ ਦੇ ਉੱਤੇ ਚੱਲਦੇ ਆ। ਦਿੱਲੀ ਦੇ ਵਿੱਚ KCR ਦੀ ਬੇਟੀ ਨੂੰ ED ਨੇ ਤਲਬ ਕੀਤਾ ਹੋਇਆ ਜਾਂ CBI ਨੇ ਕੀਤਾ ਹੋਇਆ, ਲੇਕਿਨ ਨਾਲ ਦੀ ਨਾਲ ਜਿਹੜੀ ਸਸੋਦੀਆ ਦੀ ਗ੍ਰਿਫਤਾਰੀ ਆ, ਇਹਨੇ ਕਈਆਂ ਦੇ ਭਰਵੱਟੇ ਚੱਕੇ। ਇਹ ਪਹਿਲਾਂ ਹੀ ਪਤਾ ਸੀਗਾ ਕਿ 2 ਦਿਨ ਤੋਂ ਲਗਾਤਾਰ ਉਹਨੂੰ ਗ੍ਰਿਲ ਕੀਤਾ ਜਾ ਰਿਹਾ ਸੀ ਜੇਲ੍ਹ 'ਚ। ਇਹ ਗ੍ਰਿਫਤਾਰੀ ਮੈਨੂੰ ਲੱਗਦਾ ਲੰਬੀ ਗ੍ਰਿਫਤਾਰੀ 'ਚ ਪਰਿਵਰਤਿਤ ਹੋ ਜਾਊਗੀ, ਤੇ ਉਸ ਤੋਂ ਬਾਅਦ ਜੇਕਰ ਉੱਥੇ ਕੁਝ ਵੀ ਐਸਾ ਐਸਟੈਬਲਿਸ਼ ਹੋ ਜਾਂਦਾ ਕਿ ਕੋਈ ਐਕਸਾਈਜ਼ ਪਾਲਿਸੀ ਦੀ ਇੰਪਲੀਮੈਂਟੇਸ਼ਨ ਦੌਰਾਨ ਕੁਝ ਕਰਪਸ਼ਨ ਹੋਈ ਹੈ, ਟੇਬਲ ਦੇ ਥੱਲਿਓਂ ਦੀ ਪੈਸੇ ਲਏ ਦਿੱਤੇ ਗਏ ਆ, ਤਾਂ ਪੰਜਾਬ ਵਾਲਿਆਂ ਨੂੰ ਧੁੜਕੂ ਜਿਹਾ ਲੱਗਿਆ ਕਿ ਸੇਮ ਪੈਟਰਨ ਤੇ ਕੰਮ ਇੱਥੇ ਵੀ ਹੋਇਆ। ਭਾਵੇਂ ਇੱਥੇ ਰੈਵਨਿਊ ਬਹੁਤ ਵੱਡੇ ਪੱਧਰ ਤੇ ਵੱਧ ਗਿਆ, ਲੇਕਿਨ ਜੇਕਰ ਕਰਪਸ਼ਨ ਦੀ ਕਿਸੇ ਪਾਸਿਓਂ ਵੀ ਕੋਈ ਗੱਲ ਤੁਰ ਪਈ ਤੇ ਪੰਜਾਬ ਅਛੂਤ ਨਹੀਂ ਰਹੂਗਾ। ਇਹਦੇ ਬੰਦੇ ਡਰੇ ਹੋਏ ਨੇ। ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਵੇਲੇ ਤੇ CBI ਨੂੰ ਤਾਂ ਮਨਾ ਕਰਤਾ ਸੀ, ਨੋ ਐਂਟਰੀ, ਕੋਈ ਆਮ ਸਹਿਮਤੀ ਨਹੀਂ। ED ਨੂੰ ਕਿੱਦਾਂ ਰੋਕੋਗੇ? ਅਗਲਿਆਂ ਦੇ ਹੱਥ ਲੰਬੇ ਹੀ ਨਹੀਂ ਗੇ, ਟੇਢੇ ਮੇਢੇ ਵੀ ਆ, ਤਲਖ ਵੀ ਆ। ਕੀ ਕਹਿੰਦੇ ਹੋ?
6 ਤਰੀਕ ਨੂੰ ਜਦ ਮਨੀਸ਼ ਸਿਸੋਦੀਆ ਉਹਨਾਂ ਨੂੰ ਰਾਊਜ਼ ਐਵੇਨਿਊ ਦਿੱਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉੱਥੇ ਸੀਬੀਆਈ ਨੇ ਬਹੁਤੀ ਆਬਜੈਕਸ਼ਨ ਨਹੀਂ ਕੀਤੀ ਸੀ ਉਹਨਾਂ ਨੂੰ ਜੁਡੀਸ਼ੀਅਲ ਤੇ ਭੇਜਣ ਦੀ ਜਾਂ ਉਹਨਾਂ ਦੀ ਦੁਬਾਰਾ ਰਿਮਾਂਡ ਨਹੀਂ ਮੰਗੀ ਸੀਗੀ। 10 ਤਰੀਕ ਨੂੰ ਉਹਨਾਂ ਦੀ ਬੇਲ ਐਪਲੀਕੇਸ਼ਨ ਹੈ। 6 ਤਰੀਕ ਤੋਂ ਜਦ ਉਹ ਤਿਹਾੜ ਜੇਲ੍ਹ ਦੀ ਜੇਲ੍ਹ ਨੰਬਰ 1 ਦੇ ਵਿੱਚ ਗਏ, ਹਜੇ ਜੁਰਾਬਾਂ ਲਾਈ ਸੀਗੀ, ਈਡੀ ਵਾਲੇ ਆ ਗਏ ਸੀਗੇ ਔਰ ਈਡੀ ਵਾਲਿਆਂ ਨੇ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ 3 ਦਿਨ ਹੋ ਗਏ ਨੇ 6-6 7-7 ਘੰਟੇ ਪੁੱਛਗਿੱਛ ਕੀਤੀ। ਗੱਲ ਉੱਥੇ ਹੀ ਖੜੀ ਹੈ। 5% ਤੋਂ 12% ਇਹ 100 ਕਰੋੜ ਰੁਪਏ ਕਿੱਥੇ ਤੋਂ ਕਿਸ ਰੂਟ ਤੋਂ ਗਏ ਤੇ ਉਹ ਕਿਹਦੇ ਕੋਲ ਗਏ। ਉੱਥੇ ਬਹੁਤ ਸਾਰੇ ਲੋਕਾਂ ਨਾਲ ਈਡੀ ਪੁੱਛਗਿੱਛ ਵੀ ਕਰ ਚੁੱਕੀ ਹੈ ਔਰ ਕੱਲ ਫਾਈਨਲੀ ਗ੍ਰਿਫਤਾਰ ਕਰ ਲਿਆ ਗਿਆ ਮਨੀਸ਼ ਸਿਸੋਦੀਆ ਉਹਨਾਂ ਨੂੰ। ਅੱਜ 10 ਤਰੀਕ ਹੈ ਜਦ ਉਹਨਾਂ ਨੂੰ ਰਾਊਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ। ਨਾਲ ਦੇ ਨਾਲ ਈਡੀ ਵੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ। ਭਾਵੇਂ ਇੱਥੋਂ ਬੇਲ ਹੋ ਜਾਂਦੀ ਹੈ ਸੀਬੀਆਈ ਵਾਲੇ ਕੇਸ ਤੇ, ਪਰ ਈਡੀ ਵਾਲੇ ਕੇਸ ਦੇ ਉੱਤੇ ਹੁਣ ਮਨੀਸ਼ ਸਿਸੋਦੀਆ ਉਹਨਾਂ ਲੰਬੇ ਅੰਦਰ ਰਹਿ ਸਕਦੇ ਨੇ ਕਿਉਂਕਿ ਇਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈ। ਮਾਮਲਾ 100 ਕਰੋੜ ਦਾ ਹੈ। ਕਈ ਸਰਕਾਰੀ ਗਵਾਹ ਬਣ ਚੁੱਕੇ ਨੇ। ਉਹਨਾਂ ਦੇ ਸਰਕਾਰੀ ਗਵਾਹ ਬਣਨ ਤੋਂ ਬਾਅਦ ਹੁਣ ਬਸ ਪੈਸਿਆਂ ਦਾ ਰੂਟ ਤੈਅ ਕਰਨਾ ਹੈ, ਕਿੱਥੋਂ ਚੱਲੇ ਤੇ ਕਿੱਥੇ ਪਹੁੰਚੇ ਤੇ ਫਿਰ ਅੱਗੇ ਕਿੱਥੇ ਨਿਕਲ ਗਏ ਤੇ ਖਰਚ ਕਿੱਥੇ ਹੋਏ। ਨਾਲ ਦੇ ਨਾਲ ਕੇ ਕਵਿਤਾ, ਅਰੁਣ ਪਿੱਲੇ ਜਿਹੜੇ ਸਾਊਥ ਲੋਬੀ ਦੇ ਇੱਕ ਵੱਡੇ ਕਿਰਦਾਰ ਸੀਗੇ ਇਸ ਸਾਰੇ ਗੇਮ ਦੇ ਵਿੱਚ, ਉਹਨਾਂ ਨੂੰ ਪਰਸੋਂ ਈਡੀ ਨੇ ਗ੍ਰਿਫਤਾਰ ਕੀਤਾ ਸੀਗਾ। ਔਰ ਨਾਲ ਦੇ ਨਾਲ ਕੇ ਕਵਿਤਾ ਜਿਹੜੀ ਚੰਦਰਸ਼ੇਖਰ ਰਾਓ ਜਿਹੜੇ ਤੇਲੰਗਾਨਾ ਦੇ ਮੁੱਖ ਮੰਤਰੀ ਹੈ ਉਹਨਾਂ ਦੀ ਬੇਟੀ ਹੈ, ਉਹਨਾਂ ਨੂੰ ਵੀ ਸਮਨ ਕੀਤਾ ਸੀ। ਹਾਲਾਂਕਿ ਉਹਨਾਂ ਨੇ ਕੱਲ ਮਾਰਚ 11 ਨੂੰ ਜਿਹੜਾ ਕਪਿਲ ਸਿੱਬਲ ਉਹਨਾਂ ਦੀ ਸ਼ਾਇਦ ਇਨਸਾਫ ਜਿਹੜੀ ਜੰਤਰ ਮੰਤਰ ਦੇ ਵਿੱਚ ਰੈਲੀ ਹੈ ਔਰ ਵੂਮਨ ਰਿਜ਼ਰਵੇਸ਼ਨ ਬਿੱਲ ਦੇ ਉੱਤੇ ਇੱਕ ਪ੍ਰੋਟੈਸਟ ਹੈ, ਉਹਦੇ ਵਿੱਚ ਉਹਨਾਂ ਨੇ ਕੱਲ ਪੇਸ਼ ਹੋਣਾ ਹੈ ਤੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਦਿੱਲੀ ਦੇ ਵਿੱਚ ਮੈਂ ਕੱਲ ਈਡੀ ਦੇ ਸਾਹਮਣੇ ਪੇਸ਼ ਹੋਵਾਂਗੀ। ਭਾਵੇਂ ਨਾਲ ਦੇ ਨਾਲ ਇਹਨੂੰ ਪੋਲੀਟੀਕਲ ਵਿੰਦਤਾ ਦਾ ਕੇਸ ਬਣਾ ਕੇ ਉਹਨਾਂ ਨੇ ਜ਼ਰੂਰ ਪੇਸ਼ ਕੀਤਾ, ਪਰ ਗੱਲ ਅੱਗੇ ਤੁਰ ਪਈ ਹੈ। ਕੱਲ ਪਰਸੋਂ ਇੱਕ ਹੋਰ ਵੱਡੀ ਅਰੈਸਟ ਵੀ ਅਗਰ ਐਕਸਾਈਜ਼ ਦੇ ਕੇਸ ਦੇ ਵਿੱਚ ਹੋ ਜਾਏ ਤਾਂ ਕੋਈ ਵੱਡੀ ਗੱਲ ਨਹੀਂ। ਹਾਂ, ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਨਾ ਕਿ ਪੰਜਾਬ ਵਾਲਾ ਰੂਟ ਖੁੱਲਿਆ ਹੋਇਆ, ਸੀਬੀਆਈ ਦਾ ਪੰਜਾਬ ਦੇ ਵਿੱਚ ਆਣਾ ਔਖਾ ਹੈ, ਉਹ ਵੀ ਖਾਸ ਕਰਕੇ ਹੁਣ ਭਾਜਪਾ ਦੇ ਹੀ ਆਗੂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 2020 ਤੇ ਇਹ ਰੋਕ ਲਾਤੀ ਸੀਗੀ ਕਿ ਸੀਬੀਆਈ ਬਿਨਾਂ ਸੂਬੇ ਦੀ ਪਰਮਿਸ਼ਨ ਤੋਂ ਹੁਣ ਐਂਟਰ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ। ਪਰ ਈਡੀ ਦੇ ਉੱਤੇ ਏਦਾਂ ਦਾ ਕੋਈ ਰੌਲਾ ਨਹੀਂ ਹੈ ਔਰ ਈਡੀ ਹੁਣ ਪੰਜਾਬ ਦੇ ਵਿੱਚ ਕਦੀ ਵੀ ਐਂਟਰ ਕਰ ਸਕਦੀ ਹੈ। ਮਨਜਿੰਦਰ ਸਿਰਸਾ ਜਿਹੜੇ ਭਾਜਪਾ ਦੇ ਹੁਣ ਆਗੂ ਨੇ, ਉਹ ਵੀ ਕਈ ਵਾਰ ਇਸ ਗੱਲ ਦਾ ਸ਼ੋਰ ਮਚਾ ਚੁੱਕੇ ਨੇ ਔਰ ਫਾਰਮਲ ਕੰਪਲੇਂਟ ਵੀ ਦੇ ਚੁੱਕੇ ਨੇ ਔਰ 2 ਅਫਸਰਾਂ ਦੀ ਪੁੱਛਗਿੱਛ ਈਡੀ ਪਹਿਲੇ ਵੀ ਕਰ ਚੁੱਕੀ ਹੈ ਇਸ ਕੇਸ ਦੇ ਵਿੱਚ। ਹੁਣ ਕਿਸੇ ਵੱਡੇ ਮੰਤਰੀ ਦੇ ਉੱਤੇ, ਕਿਉਂਕਿ ਮਨੀਸ਼ ਸਿਸੋਦੀਆ ਉਹਨਾਂ ਦੇ ਉੱਤੇ ਜੇ ਹੱਥ ਪਾਇਆ ਜਾ ਸਕਦਾ ਹੈ ਤੇ ਪੰਜਾਬ ਵਾਲੇ ਹਜੇ ਮਨੀਸ਼ ਸਿਸੋਦੀਆ ਉਹਨਾਂ ਤੋਂ ਵੱਡੇ ਨਹੀਂ ਹੈ, ਖਾਸ ਕਰਕੇ ਜਿਸ ਤਰੀਕੇ ਨਾਲ ਪਾਰਟੀ ਦੇ ਵਿੱਚ ਉਹਨਾਂ ਦਾ ਕੱਦ ਹੈ ਔਰ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਸੀਗੇ। ਆਉਣ ਵਾਲੇ ਦਿਨਾਂ 'ਚ ਖੜਾਕੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਪੈ ਸਕਦੇ ਨੇ, ਇਸ ਗੱਲ ਦੀ ਕੰਸੋ ਲੱਗਦੀ ਹੈ। ਇੰਦਰਪ੍ਰੀਤ ਜੀ, ਵੈਸੇ ਤਾਂ ਭਾਸਕਰ ਸਾਹਿਬ ਇਸ਼ਾਰਾ ਜਿਹੜਾ ਦੇ ਰਹੇ ਆ, ਮੈਨੂੰ ਇਹਦੀ ਕੋਈ ਬਹੁਤੀ ਸੰਭਾਵਨਾ ਇਸ ਕਰਕੇ ਨਹੀਂ ਲੱਗਦੀ ਕਿ ਪੋਲੀਟੀਕਲੀ ਵਾਰਾਖਾਂਦੀ ਹੀ ਕਾਰਵਾਈ ਕੀਤੀ ਜਾਂਦੀ ਹੁੰਦੀ ਆ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸੇਕ ਪੰਜਾਬ ਦੇ ਪੋਲੀਟੀਕਲ ਦ੍ਰਿਸ਼ ਵਿੱਚ ਬਹੁਤਾ ਜ਼ਿਆਦਾ ਆ ਸਕਦਾ। ਪਹਿਲੀ ਨਜ਼ਰ ਦੇ ਵਿੱਚ ਫਿਲਹਾਲ ਮੈਂ ਇਹਨੂੰ ਇਹ ਨਹੀਂ ਕਿਹਾ, ਇਹਨੂੰ ਰੂਲ ਆਊਟ ਨਹੀਂ ਆਪਾਂ ਕਰਦੇ, ਪਰ ਫਿਲਹਾਲ ਅਧਿਕਾਰੀਆਂ ਦੀ ਗ੍ਰਿਲਿੰਗ, ਮੇਰਾ ਖਿਆਲ ਜੇ ਪੰਜਾਬ ਦੇ ਅਧਿਕਾਰੀਆਂ ਦਾ ਜ਼ਿਕਰ ਕਰੀਏ ਤੇ ਇੱਕ ਤੋਂ ਵੱਧ ਵਾਰੀ ਇੰਨੀ ਕੁ ਗ੍ਰਿਲਿੰਗ ਹੋ ਚੁੱਕੀ ਹੈ, ਜਿਹੜੇ ਸਰੋਤ ਦੱਸਦੇ ਆ ਕਿ ਉਹਨਾਂ ਨੂੰ ਸ਼ਾਇਦ ਬਹੁਤਾ ਕੁਝ ਹਾਸਲ ਨਹੀਂ ਹੋਇਆ। ਪਰ ਜੇ ਦਿੱਲੀ ਦੇ ਵਿੱਚ ਕੋਈ ਕਲੂ ਮਿਲਦਾ ਹੈ, ਕਿਧਰੇ ਦਿੱਲੀ ਦੇ ਵਿੱਚ ਉਹਨਾਂ ਦੇ ਹੱਥ ਕੁਝ ਤੱਥ ਲੱਗ ਜਾਂਦੇ ਨੇ, ਕਿਉਂਕਿ ਪਾਲਿਸੀ ਬਣਾਉਣੀ ਸਟੇਟ ਦਾ ਹੱਕ ਹੈ, ਸਟੇਟ ਜੋ ਮਰਜ਼ੀ ਬਣਾਵੇ, ਜਿੱਦਾਂ ਮਰਜ਼ੀ ਉਹਨੂੰ ਇੰਪਲੀਮੈਂਟ ਕਰੇ। ਜੇ ਉਹਦੇ ਚ ਕਰਪਸ਼ਨ ਆਉਂਦੀ ਹੈ ਤਾਂ ਏਜੰਸੀਆਂ ਤਿਆਰ ਨੇ, ਉਹ ਸਾਡੀ ਵਿਜੀਲੈਂਸ ਵੀ ਆ ਤੇ ਬਾਹਰ ਦੀਆਂ ਵੀ ਨੇ, ਪਰ ਬਣੀ ਪਾਲਿਸੀ ਦੇ ਉੱਤੇ ਤੁਸੀਂ ਕਿੰਤੂ ਨਹੀਂ ਕਰ ਸਕਦੇ ਤੁਸੀਂ ਆਹ ਕਿਉਂ ਬਣਾਈ। ਇਹ ਸਟੇਟ ਦਾ ਹੱਕ ਹੈ ਤੇ ਚੁਣੇ ਹੋਏ ਨੁਮਾਇੰਦਿਆਂ ਦਾ ਹੱਕ ਹੈ ਜਿਨ੍ਹਾਂ ਨੇ ਅੱਗੇ ਮੰਤਰੀ ਮੰਡਲ ਬਣਾਇਆ ਹੁੰਦਾ। ਮੈਂ ਸਿਰਫ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਇਸ ਸਥਿਤੀ ਦੇ ਵਿੱਚ ਜਿੱਥੇ ਹੁਣ ਜਾ ਕੇ ਦਿੱਲੀ ਖੜ ਗਈ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅੰਡਰ ਥ੍ਰੈਟ ਆ, ਕੀ ਪੰਜਾਬ 'ਚ ਇਹਦਾ ਸੇਕ ਵੱਡੇ ਪੱਧਰ ਤੇ ਲੱਗ ਸਕਦਾ ਕਿਉਂਕਿ ਰੈਵਨਿਊ ਕਾਫੀ ਇਕੱਠਾ ਹੋਇਆ? ਰੰਧਾਵਾ ਸਾਹਿਬ, ਇਸ ਇਸ਼ੂ ਦੇ 2 ਪਹਿਲੂ ਨੇ ਜਿਹੜੇ ਤੁਸੀਂ ਜਿਸ ਤੇ ਇਸ਼ਾਰਾ ਤੁਸੀਂ ਕਰ ਰਹੇ ਹੋ। ਪਹਿਲਾ ਇਹ ਕਿ ਜਿਹੜਾ ਐਕਸਾਈਜ਼ ਪਾਲਿਸੀ ਬਣਾਉਣਾ ਉਹ ਸਟੇਟ ਦਾ ਹੱਕ ਹੈ ਕਿਉਂਕਿ ਇਹ ਸਟੇਟ ਦਾ ਹੀ ਸਬਜੈਕਟ ਹੈ ਔਰ ਸਟੇਟ ਦੀ ਕੈਬਨਿਟ ਜਿਹੜੀ ਹੈਗੀ ਹੈ ਉਹ ਐਕਸਾਈਜ਼ ਨੂੰ ਅਪਰੂਵਲ ਦਿੰਦੀ ਹੈ, ਜਿਹੜੀ ਫਿਰ ਬਾਅਦ ਚ ਵਿਧਾਨ ਸਭਾ ਜਾ ਕੇ ਪਾਸ ਹੁੰਦੀ ਹੈ, ਉਹ ਸਟੇਟ ਦਾ ਹੈ। ਉਸ ਦੇ ਵਿੱਚ ਮਤਲਬ ਅਗਰ ਉਹ ਕਰ ਦਿੰਦੇ ਆ ਤਾਂ ਉਹਦੇ ਚ ਕੋਈ ਵੀ ਬੰਦਾ ਕੁਝ ਨਹੀਂ ਕਰ ਸਕਦਾ। ਹਾਂ, ਦਿੱਕਤ ਉੱਥੇ ਆਉਂਦੀ ਹੈ ਜਦੋਂ
ਕੈਬਨਿਟ ਨੇ ਕੁਝ ਹੋਰ ਪਾਸ ਕੀਤਾ ਹੋਵੇ, ਬਾਅਦ ਦੇ ਵਿੱਚ ਅਸੀਂ ਕੋਈ ਇੱਕ ਨੋਟ ਲਗਾ ਕੇ ਉਹਦੇ ਵਿੱਚ ਪਾ ਦਈਏ ਤੇ ਉਹ ਵੀ ਉਹਦੇ ਵਿੱਚ ਐਡ ਹੋ ਜੇ, ਇਹ ਇੱਕ ਕਰਪਸ਼ਨ ਦਾ ਪਾਰਟ ਫਿਰ ਮੰਨਿਆ ਜਾਊਗਾ। ਇਹ ਮੰਨਿਆ ਜਾਊਗਾ ਕਿ ਇਹਨੂੰ ਜਾਣਬੁੱਝ ਕੇ ਆਪਣੇ ਸਤਰ ਤੇ ਲਿਆ ਗਿਆ ਫੈਸਲਾ ਹੈ। ਜਿਹੜਾ ਕਿ ਮਨੋਜ ਸਿਸੋਦੀਆ ਦੇ ਉੱਤੇ ਵੀ ਜਿਹੜਾ ਐਲੀਗੇਸ਼ਨ ਉਹ ਇਹੀ ਹੈ ਕਿ ਉਹ ਗਰੁੱਪ ਆਫ ਮਿਨਿਸਟਰਸ ਤੋਂ ਬਾਹਰ ਜਾ ਕੇ ਉਹਨਾਂ ਨੇ ਕੀਤਾ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ, ਮੈਨੂੰ ਇਹ ਲੱਗਦਾ ਕਿ ਇਹ ਵੱਡਾ ਪੋਲੀਟੀਕਲ ਮਾਮਲਾ ਵੀ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇਹਨੂੰ ਸਟੈਬਲਿਸ਼ ਕਰਨ 'ਚ ਕਾਮਯਾਬੀ ਹੋ ਰਹੀ ਹੈ, ਉਹ ਇਹ ਕਹਿ ਰਹੇ ਹੈ ਕਿ ਇਹ ਜਾਣ ਕੇ ਕੀਤਾ ਜਾ ਰਿਹਾ ਹੈ, ਕਿਉਂਕਿ ਅਸੀਂ 2024 ਨੂੰ ਲੈ ਕੇ ਇੱਕ ਵੱਡਾ ਸੰਗਠਨ ਤਿਆਰ ਕਰਨ ਦੀ ਗੱਠਜੋੜ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਸੀਂ ਲਾਲੂ ਪ੍ਰਸਾਦ ਯਾਦਵ ਨੂੰ ਮਿਲਦੇ ਹਾਂ ਤਾਂ ਉੱਥੇ ਉਹਨਾਂ ਦੇ ਛਾਪੇ ਵੱਜ ਜਾਂਦੇ ਆ, ਜੇ ਅਸੀਂ TRS ਵਾਲਿਆਂ ਨੂੰ ਮਿਲਦੇ ਹਾਂ ਤਾਂ ਉਹਨਾਂ ਦੀ ਬੇਟੀ ਦੇ ਨੂੰ ਸਮਨਿੰਗ ਕਰ ਲਈ ਜਾਂਦੀ ਹੈ। ਇੱਥੇ ਸਿਸੋਦੀਆ ਸਾਹਿਬ ਬਾਹਰ ਆਉਣ ਲੱਗੇ ਸੀਗੇ ਤੇ ਤੁਸੀਂ ED ਨੂੰ ਭੇਜਤਾ। ਸੋ ਮੈਨੂੰ ਇਹ ਲੱਗਦਾ ਕਿ ਉਹ ਵੀ ਇਹ ਸਟੈਬਲਿਸ਼ ਕਰਨ ਤੇ ਲੱਗੇ ਹੋਏ ਹੈ ਕਿ ਇਹ ਸਾਰਾ ਮਾਮਲਾ ਕਰਪਸ਼ਨ ਦਾ ਨਹੀਂ ਹੈ, ਇਹ ਸਾਰਾ ਮਾਮਲਾ ਪੋਲੀਟੀਕਲ ਹੈ ਔਰ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ 'ਚ ਇੱਕ ਮੈਸੇਜ ਚਲਾ ਜਾਏ ਕਿ ਅਸੀਂ ਕਰਪਟ ਨਹੀਂ ਹੈ। ਸਾਡੀ ਕੱਟੜ ਇਮਾਨਦਾਰ ਸਰਕਾਰ ਵਾਲੀ ਜਿਹੜੀ ਬ੍ਰਾਂਡਿੰਗ ਹੈ ਉਹ ਹਜੇ ਤੱਕ ਵੀ ਸਟੈਂਡ ਕਰ ਰਹੀ ਹੈ। ਪਰ ਇਹ ਜਿਹੜਾ ਸਪਰਿੰਗ ਆ ਨਾ, ਜਿਹੜਾ ਕਈ ਵਾਰੀ ਜਿਹੜਾ ਵਾਪਸ ਤੇਜ਼ੀ, ਉਹਦੇ ਨਾਲੋਂ ਵੀ ਤੇਜ਼ੀ ਨਾਲ ਜਿੰਨਾ ਤੁਸੀਂ ਧੱਕਨੇ ਹੋ ਪਿਛਾਂ ਫੋਰਸ ਪੈਦਾ ਕਰਦਾ ਹੈ। ਜੇਕਰ ਇਹਦੇ ਵਿੱਚ BJP ਨੂੰ ਇਹ ਅੰਦਾਜ਼ਾ ਹੋਊਗਾ ਕਿ ਜੇ ਅਸੀਂ ਇਹ ਚੀਜ਼ਾਂ ਸਾਬਤ ਕਰਨ 'ਚ ਨਾਕਾਮ ਹੁੰਨੇ ਆ ਤੇ ਸਾਨੂੰ ਉਹਦੀ ਕੀਮਤ ਵੀ ਦੇਣੀ ਪਊਗੀ ਔਰ ਲੋਕਾਂ ਦੇ ਵਿੱਚ ਇਹਦੇ ਨਾਲ ਰੋਸ ਵਧੂਗਾ। ਮੈਨੂੰ ਲੱਗਦਾ ਕਿ ਇਹ ਏਡਾ ਆਸਾਨ ਨਹੀਂ ਹੋਊਗਾ ਦੋਵਾਂ ਧਿਰਾਂ ਨੂੰ ਇਹਦੇ ਚੋਂ ਬਾਹਰ ਨਿਕਲਣਾ। ਜਿਸ ਤਰ੍ਹਾਂ ਦੀ ਲੜਾਈ ਵਿੱਢੀ ਗਈ ਆ, ਜੇ ਕਿਸੇ, ਕਿਉਂਕਿ ਇਲੈਕਸ਼ਨਾਂ ਤਾਂ ਲੜੀਆਂ ਆਮ ਆਦਮੀ ਪਾਰਟੀ ਨੇ, ਜੇਕਰ ਉਹ ਟਰਾਂਸਪੇਰੈਂਸੀ ਨਾਲ ਇਹ ਦੱਸਣ ਕਿ ਉਹਨਾਂ ਕੋਲ ਫੰਡਿੰਗ ਲਈ ਇਹ ਇੰਤਜ਼ਾਮ ਸੀ, ਉਹਨਾਂ ਨੂੰ ਲੋਕਾਂ ਨੇ ਇੰਨੇ ਕੁ ਦਾਨ ਦਿੱਤੇ ਆ ਤੇ ਇੰਨੇ ਉਹਨਾਂ ਦੇ ਖਰਚੇ ਹੋਇਆ, ਮੈਨੂੰ ਲੱਗਦਾ ਹੈ ਕਿ ਇਹ ਸ਼ਾਇਦ ਕੇਂਦਰੀ ਗਵਰਨਮੈਂਟ ਔਰ ਕੇਂਦਰੀ ਏਜੰਸੀਆਂ ਦੀ ਨਜ਼ਰ ਥੱਲੇ ਵੀ ਹੋਊਗਾ ਕਿ ਆਖਿਰ ਪੋਲੀਟੀਕਲ ਪਾਰਟੀਆਂ ਨੂੰ ਪੈਸੇ ਕਿੱਥੋਂ ਆ ਜਾਂਦੇ ਆ। ਸੋ ਇਹ ਪਾਰਟੀਆਂ ਸਾਰੀਆਂ ਹੀ ਵੈਸੇ ਤਾਂ ਇਸ ਹਮਾਮ 'ਚ ਨੰਗੀਆਂ ਨੇ, ਪਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹਦੇ ਕੋਲ ਜ਼ਰਾ ਕਿ ਲਾਭ ਹੁੰਦਾ ਹੈ ਕਿ ਉਹ ਦੂਜਿਆਂ ਨੂੰ ਜ਼ਿਆਦਾ ਚੈੱਕ ਰੱਖ ਸਕਦੀ ਹੈ। ਪੰਜਾਬ ਦੇ ਵਿੱਚ ਹੁਣ ਅੱਜ ਇਹਦੇ ਤੇ ਕਿੰਨੀ ਕੁ ਵਿਧਾਨ ਸਭਾ ਦੇ ਵਿੱਚ ਗੱਲ ਹੁੰਦੀ ਆ, ਕਿਉਂਕਿ ਬਾਜਵਾ ਸਾਹਿਬ ਗਵਰਨਰ ਨੂੰ ਤਾਂ ਮੈਮੋਰੰਡਮ ਦੇ ਆਏ ਤੇ ਸੁਖਬੀਰ ਬਾਦਲ ਵੀ ਗਵਰਨਰ ਨੂੰ ਲਿਖ ਕੇ ਦੇ ਆਏ, ਤੇ ਗੱਲ ਉੱਥੇ ਹੀ ਹੈ ਕਿ ਸਟੇਟ ਨੇ CBI ਦੀ ਐਂਟਰੀ ਬੰਦ ਕੀਤੀ। ਇਹ ਕਹਿੰਦੇ CBI ਜਾਂਚ ਕਰਾਓ। ਸੋ ਜਿਹੜੀ ਕਾਂਗਰਸ CBI ਦੇ ਅੱਗੇ ਡੱਕਾ ਲਾ ਕੇ ਆਈ ਸੀ, ਉਹ CBI ਮੰਗਣ ਚਲੇ ਜਾਂਦੀ। ਇਹ ਵੀ ਚਲੋ ਮੇਰਾ ਖਿਆਲ ਹੈ ਕਿ ਪੰਜਾਬ ਦੇ ਅਫਸਰਾਂ ਦੇ ਡਰ ਜਿਹੜੇ ਆ ਉਹ ਨਿਰਮੂਲ ਨਹੀਂ, ਕਾਰਵਾਈ ਕਿਸੇ ਵੇਲੇ ਹੋ ਸਕਦੀ ਆ। ਅੱਗੇ ਚੱਲੀਏ ਥੋੜਾ ਜਿਹਾ ਜੀ। ਭਾਸਕਰ ਸਾਹਿਬ, ਅੰਮ੍ਰਿਤਪਾਲ ਤੇ ਅਮਨ ਕਾਨੂੰਨ ਦੋ ਇਕੱਠੇ ਰਲ ਗੱਡ ਹੋ ਗਏ ਮੁੱਦੇ। ਜੇ ਅੰਮ੍ਰਿਤਪਾਲ ਅਜਨਾਲੇ ਵਾਲੀ ਘਟਨਾ ਨਾ ਕਰਦੇ ਜਾਂ ਅਜਨਾਲੇ ਦੇ ਵਿੱਚ ਨਾ ਕਾਨੂੰਨ ਹੱਥ 'ਚ ਲਿਆ ਜਾਂਦਾ ਤੇ ਸ਼ਾਇਦ ਅੰਮ੍ਰਿਤਪਾਲ ਨੂੰ ਟੱਚ ਕਰਨਾ ਕਿਸੇ ਲਈ ਵੀ ਔਖਾ ਸੀ, ਕਿਉਂਕਿ ਜਿਸ ਨੁਕਤਾ ਨਿਗਾਹ ਨਾਲ ਉਹ ਵਿਅਕਤੀ ਚੱਲ ਰਿਹਾ ਸੀਗਾ, ਅੰਮ੍ਰਿਤ ਪ੍ਰਚਾਰ, ਨਸ਼ੇ ਛਡਾਉਣੇ, ਕੋਈ ਵੀ ਆਬਜੈਕਸ਼ਨੇਬਲ ਨਹੀਂ ਸੀ। ਪਰ ਹੁਣ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਇਹ ਗ੍ਰਿਫਤਾਰੀ ਹੋਈ ਆ, ਜਿਸ ਤਰ੍ਹਾਂ ਵਿਧਾਨ ਸਭਾ 'ਚ ਰੌਲੇ ਪੈ ਰਹੇ ਆ, ਕਾਰਵਾਈ ਤਾਂ ਅੱਗੇ ਵੱਧ ਗਈ। ਬਿਲਕੁਲ ਇਹ ਕਾਰਵਾਈ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਹਾਲਾਂਕਿ ਤੁਸੀਂ ਜਦ ਇਹ ਕਹਿ ਰਹੇ ਸੀਗੇ ਕਿ ਇਸ ਤੋਂ ਪਹਿਲੇ ਅੰਮ੍ਰਿਤਪਾਲ ਉਹਨਾਂ ਨੇ ਕੋਈ ਮੌਕਾ ਨਹੀਂ ਦਿੱਤਾ, ਮੌਕਾ ਤਾਂ ਦਿੱਤਾ ਸੀਗਾ ਜਦ ਜਲੰਧਰ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਫੋਰਸੀਬਲੀ ਐਂਟਰੀ ਕਰਕੇ ਤੁਸੀਂ ਉਹਨਾਂ ਦੀ ਕੁਰਸੀਆਂ ਜਲਾਈ ਸੀਗੀ। ਇਹ ਵੀ ਕਿਸ ਤਰ੍ਹਾਂ ਦਾ ਐਪੀਸੋਡ ਸੀ, ਜੇ ਪੰਜਾਬ ਪੁਲਿਸ ਉਹਦੇ ਉੱਤੇ ਕਾਰਵਾਈ ਕਰਨਾ ਚਾਹੁੰਦੀ ਤੇ ਕਰ ਸਕਦੀ ਸੀ, ਪਰ ਕੀਤੀ ਨਹੀਂ। ਅਜਨਾਲਾ ਦੇ ਵਿੱਚ ਵੀ ਜੇ ਪੰਜਾਬ ਪੁਲਿਸ ਕਾਰਵਾਈ ਕਰਨਾ ਚਾਹੁੰਦੀ ਤੇ ਕਰ ਸਕਦੀ ਸੀ, ਪਰ ਕੀਤੀ ਨਹੀਂ। DGP ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜ਼ਰੂਰ ਕਿਹਾ ਸੀ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ CCTV ਦੀ ਫੁਟੇਜ ਖੰਗਾਲਣ ਤੋਂ ਬਾਅਦ ਐਕਸ਼ਨ ਲੈਣਗੇ, ਪਰ ਹੁਣ ਇੱਕ ਐਕਸ਼ਨ ਤੇ ਲਿੱਤਾ ਹੈ। ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਚਲਾਉਣ ਵਾਲਾ ਗੁਰਿੰਦਰਪਾਲ ਸਿੰਘ ਔਜਲਾ, ਜਲੰਧਰ ਦੇ ਵਿੱਚ FIR ਦਰਜ ਕਰਨ ਤੋਂ ਬਾਅਦ ਇੱਕ LOC ਜਾਰੀ ਕੀਤੀ ਜਾਂਦੀ ਹੈ ਔਰ ਅੰਮ੍ਰਿਤਸਰ 에ਅਰਪੋਰਟ, ਜਦ ਉਹ UK ਜਾਣ ਦੀ ਤਿਆਰੀ ਦੇ ਵਿੱਚ ਸੀਗਾ, ਉਹਨੂੰ 에ਅਰਪੋਰਟ ਤੋਂ ਫੜ ਲਿੱਤਾ ਜਾਂਦਾ ਹੈ। ਹੁਣ ਜਲੰਧਰ ਲੈ ਕੇ ਆਏ ਨੇ, ਪੁੱਛਗਿੱਛ ਹੋਏਗੀ। ਉਸ ਪੁੱਛਗਿੱਛ ਦੇ ਵਿੱਚ ਕੋਈ ਫੋਰਨ ਫੰਡਿੰਗ ਦੀ ਵੀ ਗੱਲ ਨਿਕਲ ਸਕਦੀ ਹੈ ਔਰ ਅੰਮ੍ਰਿਤਪਾਲ ਉਹਨਾਂ ਦੀ ਮੁਸੀਬਤਾਂ ਕਿੰਨੀ ਕੁ ਵੱਧ ਸਕਦੀ ਹੈ, ਇਸ ਪੁੱਛਗਿੱਛ ਤੇ ਔਰ ਇਸ ਇਨਵੈਸਟੀਗੇਸ਼ਨ ਦੇ ਉੱਤੇ ਡਿਪੈਂਡ ਕਰਦਾ ਹੈ। ਪਰ ਆਉਣ ਵਾਲੇ ਟਾਈਮ ਵਿੱਚ, ਹੁਣ ਕੱਲ ਪਰਸੋਂ ਹੀ ਅਸੀਂ ਇੱਕ ਖਬਰ ਵੀ ਪੜ੍ਹੀ ਸੀ ਔਰ ਡਿਸਕਸ ਵੀ ਕੀਤੀ ਸੀ ਕਿ 9 ਜਿਹੜੇ ਅਸਲਾ ਲੈ ਕੇ ਅੰਮ੍ਰਿਤਪਾਲ ਨਾਲ ਚੱਲਦੇ ਨੇ, ਉਹਨਾਂ ਦੇ ਲਾਇਸੈਂਸਿਸ, ਵੈਪਨ ਲਾਇਸੈਂਸਿਸ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਔਰ 2 ਲਾਇਸੈਂਸ ਉਹ ਜੰਮੂ ਐਂਡ ਕਸ਼ਮੀਰ ਤੋਂ ਵੀ ਬਣੇ ਹੋਏ ਸੀ ਔਰ ਜੰਮੂ ਐਂਡ ਕਸ਼ਮੀਰ ਦੀ ਵੀ ਸਰਕਾਰ ਨੂੰ ਜਾਂ ਉਸ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਲਿਖਿਆ ਗਿਆ ਕਿ ਇਹਨੂੰ ਵੀ ਤੁਸੀਂ ਰਿਵਿਊ ਕਰੋ।
ਹੁਣ ਗੱਲ ਅੱਗੇ ਤੁਰਦੀ ਨਜ਼ਰ ਤੇ ਆ ਰਹੀ ਹੈ, ਭਾਵੇਂ ਹੋਲੀ ਸਹੀ ਪਰ ਵਿਧਾਨ ਸਭਾ ਦੇ ਵਿੱਚ ਇਹ ਗੱਲਾਂ ਜ਼ਰੂਰ ਗੂੰਜ ਰਹੀਆਂ, ਭਾਵੇਂ ਉਹ ਰਾਜਾ ਵੜਿੰਗ ਉਹਨਾਂ ਦੀ ਉਸ ਟੀ-ਸ਼ਰਟ ਦੇ ਜ਼ਰੀਏ ਹੋਣ ਜਾਂ ਫਿਰ ਵਿਰੋਧੀ ਦਲ ਦੇ ਨੇਤਾ ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹ ਵੀ ਇਸ ਗੱਲ ਨੂੰ ਪੁਰਜ਼ੋਰ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਉਠਾਉਣ ਦੀ ਤਿਆਰੀ ਕਰ ਰਹੇ। ਵਿਰੋਧੀ ਧਿਰਾਂ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਚਾਹੁੰਦੀਆਂ, ਸਰਕਾਰ ਇਹ ਤੋਂ ਬਚ ਕੇ ਨਿਕਲਣਾ ਚਾਹੁੰਦੀ ਆ, ਸਰਕਾਰ ਇਹਨੂੰ ਅਮਨ ਕਾਨੂੰਨ ਵਾਂਗ ਹੀ ਨਜਿੱਠਣਾ ਚਾਹੁੰਦੀ ਲੱਗਦੀ ਆ, ਕਿਉਂਕਿ ਇਸ ਮਾਮਲੇ ਨੂੰ ਪੁਲਿਸ ਤੇ ਹੀ ਛੱਡਿਆ ਹੋਇਆ ਤੇ ਗਵਰਨਮੈਂਟ ਦੇ ਉੱਤੇ ਇੱਕ ਵੀ ਲਫ਼ਜ਼ ਨਹੀਂ ਕਹਿਣਾ ਚਾਹੁੰਦੀ। ਮੈਨੂੰ ਲੱਗਦਾ ਵੀ ਇਹੀ ਇੱਕ ਐਸਾ ਮਾਮਲਾ ਹੈ ਜਿਹਦੇ ਵਿੱਚ ਗਵਰਨਮੈਂਟ ਨੇ ਸਿਆਸੀ ਮੈਚੁਰਿਟੀ ਦਿਖਾਈ ਹੈ, ਨਹੀਂ ਤਾਂ ਮੂਸੇਵਾਲੇ ਤੋਂ ਲੈ ਕੇ ਬਾਕੀ ਮਾਮਲਿਆਂ 'ਚ ਬਿਨਾਂ ਮਤਲਬ ਬੇਲੋੜੀ। ਮੈਂ ਇੱਕ ਬਹੁਤ ਫਿਰ ਵੀ ਧਿਆਨ 'ਚ ਲਿਆਉਣਾ ਚਾਹੁੰਦਾ, ਜਦੋਂ G20 ਦੇ ਅੰਮ੍ਰਿਤਸਰ ਤੋਂ ਦਿੱਲੀ ਸ਼ਿਫਟ ਹੋਣ ਦੀਆਂ ਗੱਲਾਂ ਚੱਲੀਆਂ ਸੀ, ਉਦੋਂ ਵੀ ਰੌਲੇ ਪਏ। ਕੱਲ ਵੀ ਮੈਨੂੰ ਇੱਕ ਬਹੁਤ ਵੱਡੇ ਅਧਿਕਾਰੀ ਨੇ ਜਿਹੜਾ ਇਹਨਾਂ ਮਾਮਲਿਆਂ 'ਚ ਸ਼ਾਮਲ ਹੈ, ਉਹਨੇ ਦੱਸਿਆ ਕਿ ਜਿਹੜੇ ਫਾਰਮ ਭਰਵਾਏ ਜਾ ਰਹੇ ਸੀ, ਫਾਰਮ ਭਰੇ ਜਾ ਰਹੇ ਸੀ, ਤੇ ਉਹਦੇ ਵਿੱਚ ਜਦੋਂ ਅਜੇ ਵੀ ਲਿਖਿਆ ਸੀ ਨਾ ਕਿ CEO ਇਨ ਦਿੱਲੀ, ਤੇ ਕਹਿੰਦੇ ਜੀ ਮੈਨੂੰ ਇੱਕ ਸੈਂਟਰਲ ਯੂਨੀਵਰਸਿਟੀ ਦੇ VC ਨੇ ਨੌਕ ਕੀਤਾ ਕਿ ਭਈ ਆ CEO ਇਨ ਅੰਮ੍ਰਿਤਸਰ ਤੇ ਕਰਾ ਲਓ। ਸੋ ਉਹ ਭਗਵੰਤ ਮਾਨ ਔਰ ਉਹਨਾਂ ਦੀ ਟੀਮ ਨੇ ਜ਼ੋਰ ਲਾ ਕੇ, ਉਹਨਾਂ ਨੂੰ ਕ੍ਰੈਡਿਟ ਜਾਂਦਾ, ਉਹਨਾਂ ਨੂੰ ਇਹ ਸ਼੍ਰੇਅ ਦੇਣਾ ਬਣਦਾ ਕਿ ਉਹਨਾਂ ਜ਼ੋਰ ਲਾ ਕੇ ਕੇਂਦਰ ਨਾਲ ਗੱਲ ਕਰਕੇ, ਉਹਨਾਂ ਦੇ ਅਧਿਕਾਰੀਆਂ ਨੇ, ਉਹਨਾਂ ਨੇ ਖੁਦ ਇਹਨੂੰ ਅੰਮ੍ਰਿਤਸਰ ਦੇ ਵਿੱਚ ਹੀ ਰੱਖਿਆ, ਯਕੀਨ ਦਿਵਾ ਕੇ। ਪਰ ਨਾਲ ਹੀ ਲੜਾਈ ਇਹ ਲੜਦੇ ਰਹੇ ਜੀ, ਇਹ ਤਾਂ ਕੋਰੀਆਂ ਅਫਵਾਹਾਂ ਨੇ। ਮੈਨੂੰ ਪੱਕਾ, ਮੈਂ ਅੱਜ ਵੀ ਇਹ ਗੱਲ ਨੂੰ ਦਾਅਵੇ ਨਾਲ ਕਹਿਣਾ ਹੈ ਕਿ ਉਸ ਦਿਨ ਕੋਆਰਡੀਨੇਟਰ ਜਿਹੜੇ ਇਸ ਪ੍ਰੋਗਰਾਮ ਦੇ ਸੀ, ਖਾਲਸਾ ਕਾਲਜ ਵਾਲੇ ਦੇ, ਉਹਨਾਂ ਨੇ ਦਿੱਲੀ ਤੋਂ ਫੋਨ ਕਰਕੇ ਕਿਹਾ ਸੀ ਕਿ ਇੱਕ ਰਿਪੋਰਟ ਦੇ ਆਧਾਰ ਤੇ ਇਹਨੂੰ ਦਿੱਲੀ ਸ਼ਿਫਟ ਕੀਤਾ ਗਿਆ। ਉਸ ਤੋਂ ਬਾਅਦ ਨੋਡਲ ਅਫਸਰ ਨੇ ਵੀ ਕਲੀਅਰ ਕਰਤਾ ਸੀ, ਪਰ ਪੰਜਾਬ ਸਰਕਾਰ ਨੇ ਇਨੀਸ਼ੀਏਟ ਕਰਕੇ ਇਹਨੂੰ ਬਚਾਇਆ। ਅੰਮ੍ਰਿਤਸਰ ਦਾ ਵਿਕਾਸ ਹੋ ਰਿਹਾ, ਅੰਮ੍ਰਿਤਸਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ, ਇਹ ਸਰਕਾਰ ਦਾ ਚੰਗਾ ਪੱਖ ਹੈ, ਪਰ ਉਹਨੇ ਦਾ ਸਿਆਸੀਕਰਨ ਨਹੀਂ ਕੀਤਾ। ਉਹਨੇ BJP ਤੇ ਐਲੀਗੇਸ਼ਨ, ਦੂਸ਼ਣਬਾਜ਼ੀ ਜਾਂ ਸਰਕਾਰ ਤੇ ਦੂਸ਼ਣਬਾਜ਼ੀ ਨਹੀਂ ਕੀਤੀ। ਸੋ ਇਹ ਵੀ ਚੰਗੀ ਗੱਲ ਹੈ ਕਿ ਸਿਆਸਤ ਘੱਟ ਕਰਦੇ ਆ, ਦੂਜਿਆਂ ਦੀਆਂ ਗਲਤੀਆਂ ਨੂੰ ਵੀ ਜੇਬ 'ਚ ਪਾ ਕੇ ਤੁਰ ਪੈਂਦੇ ਆ। ਖੈਰ, ਆਪਣਾ ਆਪਣਾ ਤਰੀਕਾ। ਮੈਨੂੰ ਹੁਣ ਜ਼ਰੂਰ ਦੱਸਿਓ ਇੰਦਰਪ੍ਰੀਤ ਜੀ, ਬਹੁਤ ਅਹਿਮ ਸਵਾਲ ਜਿਹੜਾ ਤੁਸੀਂ ਹੁਣ ਥੋੜੀ ਦੇਰ ਬਾਅਦ ਐਡਰੈਸ ਹੁੰਦਾ ਦੇਖਣਾ, ਪੰਜਾਬ ਦਾ ਬਜਟ। ਪੰਜਾਬ ਦਾ ਬਜਟ ਕਿਹੋ ਜਿਹਾ ਹੋਊਗਾ, ਆਪਾਂ ਇੱਥੇ ਗੱਲ ਨਹੀਂ ਕਰਨੀ। ਥੋੜੀ ਦੇਰ ਬਾਅਦ ਜਦੋਂ ਤੱਕ ਸਾਡਾ ਪ੍ਰੋਗਰਾਮ, ਉਦੋਂ ਤੱਕ ਉਹ ਤੁਰਨਾ ਵੀ ਸ਼ੁਰੂ ਹੋ ਜਾਣਾ, ਆਪਾਂ ਇਹ ਗੱਲ ਨਹੀਂ ਕਰਾਂਗੇ। ਗੱਲ ਅਸੀਂ ਇਹ ਕਰਨੀ ਚਾਹੁੰਦੇ ਆ ਕਿ ਪਿਛਲੇ ਸਾਲ ਕਿੰਨੇ ਪੈਸਿਆਂ ਦਾ ਪ੍ਰਾਵਧਾਨ ਸੀ, ਕਿ ਕਿੰਨੇ ਪੈਸੇ ਇਕੱਠੇ ਹੋਣਗੇ ਸਾਲ ਭਰ 'ਚ ਮਾਲੀਏ ਦੇ ਰੂਪ 'ਚ, ਕਿੰਨਾ ਇਕੱਠਾ ਹੋਇਆ, ਕਿੰਨੇ ਆਪਾਂ ਖਰਚੇ ਹੋਣ ਦਾ ਅਨੁਮਾਨ ਲਾਇਆ ਸੀ, ਕਿੰਨੇ ਆਪਾਂ ਖਰਚੇ ਕਰ ਗਏ, ਦੋਨਾਂ 'ਚ ਪਾੜਾ ਕਿੰਨਾ ਹੈ, ਅਸੀਂ ਕਿੰਨੀਆਂ ਗਲਤੀਆਂ ਕੀਤੀਆਂ ਤੇ ਅਸੀਂ ਕਿੰਨੀਆਂ ਪ੍ਰਾਪਤੀਆਂ ਕੀਤੀਆਂ। ਦੇਖੋ, ਪਿਛਲੇ ਸਾਲ 1,70,000 ਕਰੋੜ ਦਾ ਅਸੀਂ ਬਜਟ ਬਣਾਇਆ ਸੀਗਾ ਕਿ 1,07,000 ਕਰੋੜ ਦਾ, ਕਿ ਸਾਡੇ ਕੋਲ ਇੰਨੇ ਕੁ ਖਰਚੇ ਸਾਡੇ ਹੋਣਗੇ, ਤੇ ਉਹਦੇ 'ਚ ਜਿਹੜਾ ਸਾਡਾ ਰੈਵਨਿਊ ਇਕੱਠਾ ਹੋਣ ਦੀ ਸੀਗੀ ਉਹ ਸਾਰੀ 90-95 ਦੇ ਆਸ-ਪਾਸ ਸੀਗੀ। ਕਿਉਂਕਿ ਫਿਗਰਸ ਜਿਹੜੀਆਂ ਨੇ ਨਾ ਜੀ, ਉਹ ਅਗਲੇ ਸਾਲ ਹੀ ਕਲੀਅਰ ਹੁੰਦੀਆਂ ਨੇ ਜਦੋਂ ਕੈਗ ਉਸ ਤੇ ਆਪਣੀ ਮੋਹਰ ਲਗਾਉਂਦੀ ਹੈ। ਹਜੇ ਇਹ ਬਜਟ ਐਸਟੀਮੇਟਸ ਹੀ ਹੁੰਦੇ ਆ ਸਾਰੇ, ਤਾਂ ਹਜੇ ਤੁਸੀਂ ਜੋ ਮੈਂ ਹੁਣ ਅੰਕੜੇ ਦੇਖੇ ਹੈਗੇ ਆ, ਉਹਦੇ 'ਚ ਹਜੇ ਵੀ 18,000 ਕਰੋੜ ਦਾ ਗੈਪ ਹੈਗਾ, ਆਮਦਨ ਤੇ ਖਰਚਿਆਂ ਦੇ ਵਿੱਚ ਗੈਪ ਹੈਗਾ। ਕਿਉਂਕਿ ਹਮੇਸ਼ਾ ਹੀ ਇਹ ਹੁੰਦਾ ਕਿ ਜਦੋਂ ਬਜਟ ਜਿੰਨੇ ਦਾ ਪੇਸ਼ ਹੁੰਦਾ ਹੈ ਤੇ ਖਰਚੇ ਜਿੰਨੇ ਦਿਖਾਏ ਹੁੰਦੇ ਆ, ਉਸ ਤੋਂ ਕਿਤੇ ਜ਼ਿਆਦਾ ਹੋ ਜਾਂਦੇ ਆ। ਇਸ ਕਰਕੇ ਬਜਟ ਤੋਂ ਠੀਕ ਇੱਕ ਦਿਨ ਪਹਿਲਾਂ, ਜਿਹੜੇ ਆਪਾਂ ਪਰਸੋਂ ਵੀ ਡਿਸਕਸ ਕਰਕੇ ਰਟੇ ਸੀ 31,000 ਕਰੋੜ ਰੁਪਏ ਤੇ ਹੋਰ ਵਾਲੇ ਮਾਮਲੇ, ਉਹ ਫਿਰ ਅਨੁਪੂਰਕ ਮੰਗਾਂ ਦੇ ਤੌਰ ਤੇ ਲਿਆ ਕੇ ਸਾਰਿਆਂ ਨੂੰ ਹੀ ਪਾਸ ਕਰਾ ਲੈਂਦੇ ਆ। ਸੋ ਹਜੇ ਮੈਂ ਇਹ ਤਾਂ ਤੁਹਾਨੂੰ ਨਹੀਂ ਕਹੂੰਗਾ, ਲੇਕਿਨ ਇੱਕ ਗੱਲ ਬਹੁਤ ਕਲੀਅਰ ਹੈ ਇਹਦੇ ਵਿੱਚ ਕਿ ਸਾਡੀ ਆਮਦਨੀ ਔਰ ਸਾਡੀ ਜਿਹੜੀ ਕਮਾਈ ਹੈਗੀ, ਖਰਚਾ ਹੈਗਾ, ਉਹਦੇ 'ਚ 18,000 ਕਰੋੜ ਰੁਪਏ ਦਾ ਗੈਪ ਹੈ। ਇਸ ਗੈਪ ਨੂੰ ਕਿਵੇਂ ਪੂਰਾ ਕਰਨਾ ਹੈ, ਇਹ ਸਾਡੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ। ਖਾਸ ਤੌਰ ਤੇ ਉਸ ਟਾਈਮ ਜਦੋਂ ਸਰਕਾਰ ਬਹੁਤ ਸਾਰੇ ਆਪਣੇ ਚੁਣਾਵੀ ਵਾਅਦੇ ਜਿਹੜੇ ਹੈਗੇ ਆ ਉਹਨੂੰ ਪੂਰਾ ਕਰਨ ਦੇ ਦਾਅਵੇ ਕਰੇਗੀ। ਅੱਜ ਵੀ ਸ਼ਾਇਦ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਦਾਅਵੇ ਨੂੰ ਪੂਰਾ ਕੀਤਾ ਜਾਏ, ਤਾਂ ਕਿ 2024 ਦੇ ਵਿੱਚ ਜਿਹੜਾ ਹੈਗਾ ਉਹਨਾਂ ਲਈ ਜਾਣ ਲਈ ਇੱਕ ਰਾਹ ਆਸਾਨ ਹੋਵੇ। ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਥੋੜਾ ਜਿਹਾ ਧਿਆਨ ਇਸ ਪਾਸੇ ਵੱਲ ਵੀ, ਹੋ ਸਕਦਾ ਕਿ ਕੌੜੇ ਕਦਮ ਚੱਕਣੇ ਪੈਂਦੇ ਹੁਣ ਸਰਕਾਰ ਨੂੰ, ਪਰ ਥੋੜਾ ਜਿਹਾ ਧਿਆਨ ਖਰਚਿਆਂ ਵਾਲੇ ਪਾਸੇ ਵੀ ਸਾਨੂੰ ਕਰਨਾ ਚਾਹੀਦਾ ਕਿ ਇਹ ਕਿਵੇਂ ਕਰਟੇਲ ਕੀਤੇ ਜਾ ਸਕਦੇ ਆ, ਕਿਵੇਂ ਇਹਨਾਂ ਨੂੰ ਘਟਾ ਕੇ ਆਮਦਨ ਵਧਾਈ ਜਾ ਸਕਦੀ ਹੈ। ਇਹ ਅਗਰ ਅਸੀਂ ਅੱਜ ਤੋਂ ਨਹੀਂ ਕਰਾਂਗੇ ਤਾਂ ਜਿਹੜੀ ਕੈਗ ਨੇ ਰਿਪੋਰਟ ਦਿੱਤੀ ਹੋਈ ਹੈ ਕਿ ਅਸੀਂ 10 ਸਾਲਾਂ ਬਾਅਦ 5 ਲੱਖ ਕਰੋੜ ਤੇ ਕਰਜ਼ਾਈ ਹੋ ਜਾਾਂਗੇ, ਮੈਨੂੰ ਲੱਗਦਾ ਕਿ ਫਿਰ ਇਹ ਬਹੁਤ ਜ਼ਿਆਦਾ ਇੰਨਾ ਹੋ ਜਾਊਗਾ ਕਿ ਅਸੀਂ, ਤੁਸੀਂ ਦੇਖੋ ਜਿਹੜਾ ਹੁਣ ਕੱਲ ਦੀ ਰਿਪੋਰਟ ਹੈ ਉਹਦੇ 'ਚ ਅਸੀਂ ਸਿਰਫ 3200 ਕਰੋੜ ਰੁਪਇਆ ਆਪਣੇ ਡਿਵੈਲਪਮੈਂਟ ਵਰਕਸ ਤੇ ਖਰਚ ਕੀਤਾ ਪੂਰੇ ਸਾਲ ਦੇ ਵਿੱਚ। ਕੀ ਇਹ 3200 ਕਰੋੜ ਰੁਪਏ ਨਾਲ ਸਾਡੀ ਸਟੇਟ ਚੱਲਿਆ ਕਰੂਗੀ? ਮਤਲਬ ਅਸੀਂ ਰੱਖਿਆ ਕਿੰਨਾ ਹੋਇਆ? ਰੱਖਿਆ ਹੋਇਆ 18,000 ਕਰੋੜ ਦੇ ਉੱਤੇ, ਖਰਚ ਕੀਤਾ 3200।
ਸੋ ਗੈਪ ਇੰਨੇ ਜ਼ਿਆਦਾ ਵਧੀ ਜਾ ਰਹੇ ਨੇ ਕਿ ਸਾਡੇ ਕੋਲੇ ਡਿਵੈਲਪਮੈਂਟ ਵਾਸਤੇ ਹੁਣ ਪੈਸਾ ਹੀ ਨਹੀਂ ਬਚ ਪਾ ਰਿਹਾ। ਸਾਰਾ ਸਬਸਿਡੀਆਂ, ਕਰਜ਼ਿਆਂ ਦੀ ਕਿਸ਼ਤਾਂ ਜਾਂ ਤਨਖਾਹਾਂ, ਪੈਨਸ਼ਨਾਂ ਸਭ ਇਹਦੇ ਵਿੱਚ ਹੀ ਚਲਾ ਜਾਂਦਾ ਹੈ ਤੇ ਸਾਡੇ ਕੋਲ ਡਿਵੈਲਪਮੈਂਟ ਵਾਸਤੇ ਪੈਸਾ ਹੈ ਹੀ ਨਹੀਂ ਜੀ। ਬੇਸਿਕਲੀ ਜਿਹੜੇ ਮੈਂ ਅੰਕੜੇ ਦੇਖ ਰਿਹਾ, ਰਿਪੋਰਟ ਹੋਏ, ਪ੍ਰਕਾਸ਼ਿਤ ਹੋਏ ਕਿ 2022-23 ਲਈ ਜਿਹੜਾ ਅਨੁਮਾਨਿਤ ਆਪਾਂ ਮਾਲੀਆ ਸੋਚਿਆ ਸੀ ਕਿ ਇੰਨੇ ਕੁ ਪੈਸੇ ਆ ਜਾਣਗੇ, ਬੰਦਾ ਹਿਸਾਬ ਹੀ ਲਾਉਂਦਾ ਨਾ ਵੀ ਆਪਾਂ ਨੂੰ ਇਸ ਮਹੀਨੇ 'ਚ ਇੰਨੀ ਕਮਾਈ ਹੋ ਜਾਣੀ। ਸੋ ਜਨਵਰੀ ਤੱਕ ਜੇ ਇਹਨਾਂ ਨੇ ਰੈਵਨਿਊ ਰਿਸੀਪਟਸ ਲਈ ਇਹ ਸੋਚਿਆ ਸੀ ਕਿ 95,000 ਕਰੋੜ ਆਊਗਾ ਤੇ ਉਹ ਆਇਆ 66,000 ਕਰੋੜ ਜਨਵਰੀ ਤੱਕ। ਚਲੋ ਇਹ 'ਚ 2 ਮਹੀਨੇ ਜੇ ਰਹਿੰਦੇ ਸੀਗੇ, ਉਹਨਾਂ ਨੂੰ ਪਾ ਕੇ ਕਿੰਨਾ ਹੋ ਜਾਊਗਾ ਐਵਰੇਜ ਤੁਸੀਂ ਕੱਢ ਸਕਦੇ ਹੋ। ਇਸੇ ਤਰ੍ਹਾਂ ਖਰਚੇ ਦਾ ਸੋਚਿਆ ਸੀ 1,07,000 ਕਰੋੜ ਆਪਾਂ ਕਰਨਾ ਹੈ ਸਾਲ ਦੇ ਵਿੱਚ, ਲੇਕਿਨ ਉਹ ਜਿਹੜਾ ਜਨਵਰੀ ਤੱਕ ਹੈ 84,000 ਕਰੋੜ ਕਰ ਲਿਆ। ਇਹ ਤੁਸੀਂ ਠੀਕ ਕਹਿ ਰਹੇ ਹੋ ਕਿ 12,000 ਕਰੋੜ ਰੁਪਏ ਦਾ ਜਿਹੜਾ ਇੱਕ ਅੰਤਰ ਹੈਗਾ, ਇਹ ਬੜਾ ਅਹਿਮ ਅੰਤਰ ਹੈ, ਜਿਹਨੂੰ ਕੱਢਿਆ ਕਿੱਦਾਂ ਜਾਊਗਾ ਇਹਦੇ ਬਾਰੇ ਕੋਈ ਨਹੀਂ ਸੋਚਦਾ। ਰਿਆਇਤਾਂ ਹੋਰ ਦਿੱਤੀਆਂ ਜਾਂਦੀਆਂ ਲੇਕਿਨ ਪੈਸੇ ਆਉਣੇ ਕਿੱਥੋਂ ਆ, ਇਹਦੇ ਲਈ ਲੋਕਾਂ ਦਾ ਡਰ ਅੱਗੇ ਮਾਰਦਾ, ਯਾਰ ਵੋਟਾਂ ਵੀ ਲੈਣੀਆਂ, ਕੋਈ ਆਪਾਂ ਲਾਉਣੇ ਨਹੀਂ ਕਿ ਟੈਕਸ, ਪਰ ਟੈਕਸ ਲਾਏ ਜਾਂਦੇ ਆ, ਸ਼ਾਇਦ ਤੁਹਾਨੂੰ ਦਿਸਦੇ ਨਹੀਂ, ਟੈਕਸ ਬਹੁਤ ਸਾਰੇ ਲੱਗਦੇ ਰਹਿੰਦੇ ਨਾਲੋਂ ਨਾਲ। ਜੀ ਮੈਂ ਇਸੇ ਕਹਿਣਾ ਚਾਹੁੰਦਾ ਕਿ ਅੱਗੇ ਨਾ ਇੱਕ ਰੰਧਾਵਾ ਸਾਹਿਬ ਇੱਕ ਖਾਸ ਚੀਜ਼ ਇਹ ਹੁੰਦੀ ਸੀ ਕਿ ਕੋਈ ਵੀ ਪੈਸਾ ਲੋਕਾਂ ਦੇ ਉੱਪਰ ਥੋਪਣਾ ਹੈ, ਯਾਨੀ ਕੋਈ ਟੈਕਸ ਲਗਾਉਣਾ ਹੈ, ਉਹ ਹਮੇਸ਼ਾ ਹੀ ਬਜਟ ਦੇ ਵਿੱਚ ਹੀ ਹੁੰਦਾ ਸੀ, ਉਹਦਾ ਪ੍ਰੋਵੀਜ਼ਨ ਉਸ ਤੋਂ ਬਿਨਾਂ ਨਹੀਂ ਸੀ ਲਾਉਂਦੇ ਹੁੰਦੇ। ਲੇਕਿਨ ਹੁਣ ਕੀ ਕਰਦੇ ਆ ਕਿ ਬਜਟ ਨੂੰ ਕਹਿ ਦੇਣਗੇ ਟੋਟਲ ਟੈਕਸ ਫ੍ਰੀ ਬਜਟ, ਕੋਈ ਟੈਕਸ ਨਹੀਂ ਲਗਾਇਆ, ਕੋਈ ਭਾਰ ਨਹੀਂ ਲੱਦਿਆ ਲੋਕਾਂ ਦੇ। ਪਰ ਹੌਲੀ ਹੌਲੀ ਫਿਰ ਜਿਵੇਂ ਹੁਣ ਪਿੱਛੇ ਜੇ 1 ਰੁਪਇਆ ਪੈਟਰੋਲ ਤੇ ਡੀਜ਼ਲ ਤੇ ਵਧਾਤਾ, ਇਹ ਥੋਪਿਆ ਹੀ ਗਿਆ ਨਾ ਜੀ ਟੈਕਸ। ਬੇਸ਼ੱਕ ਇਹ ਬਾਅਦ ਚ, ਇਹ ਹੁਣ ਬਹੁਤ ਪੋਲੀਟੀਕਲ ਪਾਰਟੀਆਂ ਨੇ ਇੱਕ ਵੇ ਜਾਂ ਕੱਢ ਲਿਆ ਕਿ ਬਜਟ ਨੂੰ ਟੈਕਸ ਫ੍ਰੀ ਰੱਖੋ, ਅੱਗੇ ਪਿੱਛੇ ਟੈਕਸ ਲਗਾਉਂਦੇ ਰਹੋ, ਤਾਂ ਕੀ ਅਸੀਂ ਇਹ ਕਹਿ ਸਕੀਏ ਜੀ ਅਸੀਂ ਤਾਂ ਕੋਈ ਭਾਰ ਨਹੀਂ ਲੱਦਿਆ ਲੋਕਾਂ ਤੇ। ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਠੀਕ ਨਹੀਂ ਹੈ ਨੈਤਿਕ ਤੌਰ ਤੇ। ਦੇਖੋ ਕਾਨੂੰਨੀ ਦਾਇਰਿਆਂ 'ਚ ਤੁਸੀਂ ਤਾਂ ਆ ਹੀ ਜਾਣਗੇ, ਇੰਨੇ ਪ੍ਰੋਵੀਜ਼ਨ ਤਾਂ ਹਰ ਜਗ੍ਹਾ ਤੇ ਰੱਖੇ ਹੀ ਹੁੰਦੇ ਸਰਕਾਰ, ਪਰ ਨੈਤਿਕਤਾ ਸਰਕਾਰ ਦੀ ਇਹ ਬਣਦੀ ਹੈ ਕਿ ਜੋ ਵੀ ਕੁਝ ਕਰਨਾ ਹੈ ਜਾਂ ਲੋਕਾਂ ਦੇ ਭਾਰ ਲੱਦਣਾ ਹੈ ਉਹ ਬਜਟ ਦੇ ਵਿੱਚ ਹੀ, ਤਾਂ ਕਿ ਜਿਹੜਾ ਇਹ ਮਤਲਬ ਲੋਕਾਂ ਦੇ ਵਿੱਚ ਪਤਾ ਲੱਗੇ, ਲੋਕਾਂ ਨੂੰ ਵੀ ਪਤਾ ਲੱਗੇ ਕਿ ਯਾਰ ਸਾਡੇ ਤੇ ਇਸ ਵਾਰ ਕਿੰਨਾ ਭਾਰ ਪੈ ਗਿਆ ਜਾਂ ਸਾਨੂੰ ਕਿੰਨੇ ਦੀ ਰਾਹਤ ਅੱਗੇ ਬਜਟ ਦੇ ਵਿੱਚ ਮਿਲਣ ਵਾਲੀ ਹੈ। ਇਸ ਕਰਕੇ ਹੁਣ ਬਜਟ ਇੰਨੇ ਕੋਈ ਖਾਸ ਪੜਨ ਦੇ ਵਿਸ਼ੇ ਨਹੀਂ ਰਹੇ। ਜਿਵੇਂ ਤੁਸੀਂ ਪਹਿਲੇ ਸੈਂਟੈਂਸ 'ਚ ਹੀ ਬੋਲਿਆ ਸੀ ਕਿ ਇਹ ਬੜਾ ਬੋਰਿੰਗ ਜਿਹਾ ਸਬਜੈਕਟ ਹੁੰਦਾ ਅੰਕੜੇ ਦੱਸਣੇ, ਤਾਂ ਮੈਨੂੰ ਇਸੇ ਕਰਕੇ ਲੱਗਦਾ ਕਿ ਬੋਰਿੰਗ ਹੁਣ ਇਸੇ ਕਰਕੇ ਹੀ ਹੋ ਗਿਆ ਕਿਉਂਕਿ ਲੋਕਾਂ ਨੂੰ ਪਤਾ ਹੀ ਹੈ ਕਿ ਜਿੰਨੇ ਬੋਲੇ ਜਾਣਗੇ, ਹੁਣ ਤਾਂ ਕਿਹਾ ਹੀ ਜਾਊਗਾ ਕਿ ਟੈਕਸ ਫ੍ਰੀ ਹੈ, ਪਰ ਬਾਅਦ ਦੇ ਵਿੱਚ ਸਾਡੇ ਤੇ ਲੱਦਣਾ ਤਾਂ ਹੈ ਹੀ ਹੈ ਭਾਰ ਸਰਕਾਰ ਨੇ। ਬੋਝ ਤੇ ਇਸ ਬਜਟ ਦੇ ਵਿੱਚ ਪਏਗਾ ਹੀ ਪਏਗਾ। ਜੇ ਬੋਝ ਨਹੀਂ ਪਾਣਗੇ ਤੇ ਜਿਹੜੇ ਸੁਪਨੇ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ, ਬਦਲਾਵ ਵਾਲੀ ਸਰਕਾਰ ਨੇ ਦੇਖੇ ਨੇ, ਉਹ ਪੂਰੇ ਨਹੀਂ ਹੁੰਦੇ, ਕਿਉਂਕਿ ਇਸ ਬਜਟ ਦੇ ਵਿੱਚ ਉਹ ਪ੍ਰੋਵੀਜ਼ਨ ਇਹਨਾਂ ਨੂੰ ਰੱਖਣਾ ਹੀ ਪਏਗਾ, ਭਾਵੇਂ ਮੁਹੱਲੇ ਕਲੀਨਿਕ ਹੋਣ, ਕ੍ਰੌਪ ਇੰਸ਼ੋਰੈਂਸ ਦੀ ਗੱਲ ਹੈ ਕਰ ਚੁੱਕੇ ਨੇ, ਫਿਰ ਉਸ ਤੋਂ ਬਾਅਦ MSP, ਵੱਖ-ਵੱਖ ਜਿਹੜੀ ਫਸਲਾਂ ਦੇ ਉੱਤੇ MSP ਦੀ ਵੀ ਗੱਲ ਇਹਨਾਂ ਨੇ ਕੀਤੀ ਹੈ। ਹਾਲਾਂਕਿ ਮੂੰਗੀ ਤੇ ਕਰਕੇ ਬਾਅਦ ਚੋਂ ਤੇ ਪਲਟ ਗਏ ਸੀਗੇ, ਕਿਉਂਕਿ ਕੱਲ ਹੀ ਜਦ ਮੀਤ ਹੇਰ ਉਹਨਾਂ ਵਿਧਾਨ ਸਭਾ ਦੇ ਵਿੱਚ ਗੱਲ ਕਹਿ ਰਹੇ ਸੀ ਨਾ, ਕਹਿੰਦੇ ਅਸੀਂ ਮੂੰਗੀ ਦੇ ਉੱਤੇ ਕਦੀ MSP ਵਾਅਦਾ ਹੀ ਨਹੀਂ ਕੀਤਾ, ਜਦ ਕਿ ਇਹ ਸਾਫ਼ ਝੂਠ ਸੀਗਾ। ਪਰ ਹਾਂ, ਸੈਲਰੀ ਦਾ ਬਿੱਲ ਵੱਧ ਰਿਹਾ, ਨੌਕਰੀਆਂ ਇਹਨਾਂ ਨੇ ਜ਼ਿਆਦਾ ਦੇ ਦਿੱਤੀ, ਹੁਣ ਪੈਸੇ ਕਿੱਥੋਂ ਲੈ ਕੇ ਆਣਗੇ? ਜਿਹੜਾ ਸਵਾਲ ਪਹਿਲੇ ਦਿਨ ਤੋਂ ਇਸ ਸਰਕਾਰ ਨੂੰ ਤੰਗ ਕਰ ਰਿਹਾ ਹੈ ਕਿ ਪੈਸੇ ਕਿੱਥੋਂ ਆਣਗੇ, ਜਿੱਦਾਂ ਮੰਜੀ ਕਿੱਥੇ ਡਾਵਾਂ, ਉਹ ਨਹੀਂ ਸਮਝ ਆ ਰਿਹਾ ਇਹਨਾਂ ਨੂੰ। ਹੁਣ ਕੈਪੀਟਲ ਐਕਸਪੈਂਡੀਚਰ ਇੱਕ ਉਹ ਆਈਟਮ ਹੁੰਦੀ ਹੈ ਜਿਹਦੇ ਰਾਹੀਂ ਸੂਬੇ ਦੀ ਆਰਥਿਕ ਸਥਿਤੀ ਨੂੰ ਦੇਖ ਸਕਦੇ ਹਾਂ, ਕਿਉਂਕਿ ਕੈਪੀਟਲ ਐਕਸਪੈਂਡੀਚਰ ਦੇ ਵਿੱਚ ਜਿੰਨਾ ਕੁ ਪੈਸਾ ਖਰਚ ਕੀਤਾ ਜਾਂਦਾ ਹੈ ਉਹ ਸੂਬੇ ਦੀ ਇਕਨੋਮੀ ਨੂੰ ਮਜ਼ਬੂਤ ਕਰਨ ਵਾਲਾ ਹੁੰਦਾ ਹੈ। ਇਹਦੇ ਰਾਹੀਂ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਜਾਂਦਾ ਹੈ ਔਰ ਉਹਦੇ ਰਾਹੀਂ ਸਰਕਾਰ ਦੀ ਇਨਕਮ ਵੱਧਦੀ ਹੈ। 10,981 ਕਰੋੜ ਰੁਪਏ ਦਾ ਟੀਚਾ ਰੱਖਿਆ ਸੀਗਾ ਜਨਵਰੀ ਤੱਕ ਦਾ, ਤੇ ਖਰਚ ਕਿੰਨੇ ਕੀਤੇ? 3,751 ਕਰੋੜ। ਯਾਨੀ ਹੁਣ 3,751 ਕਰੋੜ ਟੋਟਲ ਤੁਸੀਂ ਕੈਪੀਟਲ ਐਕਸਪੈਂਡੀਚਰ ਦੇ ਉੱਤੇ ਖੜੇ ਕੀਤੇ ਨੇ। ਹਾਂ, ਇੱਕ ਚੰਗੀ ਗੱਲ ਵੀ ਹੈਗੀ ਹੈ ਕਿਉਂਕਿ ਇਹਨਾਂ ਨੇ ਵੀ ਉਧਾਰ ਲੈਣ ਦਾ ਵੀ ਕੁਝ ਜਨਵਰੀ ਤੱਕ ਦਾ ਟਾਰਗੇਟ ਰੱਖਿਆ ਸੀਗਾ ਕਿ 23,835 ਕਰੋੜ ਰੁਪਏ ਆਪਾਂ ਉਧਾਰ ਲਵਾਂਗੇ, ਪਰ ਉਧਾਰ ਮਾੜੇ ਜਿਹੇ ਘੱਟ ਲਿੱਤੇ ਪਿਛਲੀ ਸਰਕਾਰਾਂ ਤੋਂ। 23,034 ਕਰੋੜ ਰੁਪਏ ਦੇ ਕਰੀਬ ਹੀ ਇਹਨਾਂ ਨੇ ਉਧਾਰ ਲਿੱਤੇ, ਭਾਵੇਂ ਇਹ ਫਿਗਰ 30,000 ਕਰੋੜ ਦੀ ਆ ਰਹੀ ਹੈ ਕਿਉਂਕਿ ਜਨਵਰੀ, ਫਰਵਰੀ, ਮਾਰਚ, ਹਜੇ ਇਹ ਹੁਣ 10 ਮਾਰਚ ਨੂੰ ਤੇ ਆਪਾਂ ਬੈਠੇ ਆ, ਇਹਨੂੰ ਮਿਲਾ ਲਈਏ ਤਾਂ ਸ਼ਾਇਦ 30,000 ਕਰੋੜ ਰੁਪਏ ਹੋ ਜਾਏ। ਬਜਟ ਇੱਕ ਅਪਹਿਲ ਟਾਸਕ ਹੈਗਾ ਸਰਕਾਰ ਵਾਸਤੇ। ਅੱਜ ਬਜਟ ਦੇ ਵਿੱਚ ਹਰਪਾਲ ਚੀਮਾ ਹੋਣਾ ਕਿੱਥੋਂ ਚੀਜ਼ਾਂ ਕੱਢਦੇ ਨੇ ਤੇ ਕਿੱਥੋਂ ਪਾਉਂਦੇ ਨੇ, ਇਹ ਬੜੀ ਇੰਟਰਸਟਿੰਗ ਹੋਏਗੀ। ਔਰ ਉਹ ਵਾਅਦੇ ਕਿਸ ਤਰੀਕੇ ਨਾਲ ਪੂਰੇ ਕੀਤੇ ਜਾਣੇ। ਹਾਲਾਂਕਿ ਮਹਿਲਾਵਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ
ਕਿਉਂਕਿ ਇਹ ਗੱਲ ਪਹਿਲੀ ਵਾਰ ਨਿਕਲ ਕੇ ਆ ਗਈ ਹੈ ਵੀ 1000 ਰੁਪਏ ਪਰ ਮੰਥ ਦਾ ਹਿਸਾਬ ਕਿਤਾਬ ਇਸ ਬਜਟ ਦੇ ਵਿੱਚ ਸਰਕਾਰ ਨਹੀਂ ਰੱਖਣ ਵਾਲੀ, ਕਿਉਂਕਿ ਔਖਾ ਬਹੁਤ ਹੈ, ਕਿੱਥੋਂ ਕੱਢੀਏ ਤੇ ਕਿੱਥੋਂ ਪਾਈਏ। ਧਰਮਨਾ, ਮੈਨੂੰ ਕੱਖ ਸਮਝ ਨਹੀਂ ਆਇਆ ਸਾਹਿਬ, ਮੇਰੇ ਸਿਰ ਤੋਂ ਕੈਪੀਟਲ ਐਕਸਪੈਂਡੀਚਰ ਲੰਘ ਗਿਆ ਜੇ, ਪਰ ਤੁਸੀਂ ਸੋਹਣੇ ਬੜੇ ਲੱਗਦੇ ਸੀ ਜਦੋਂ ਸੁਪਨੇ ਕਹਿੰਦੇ। ਨਹੀਂ ਹੁੰਦਾ ਸੁਪਨਾ, ਤੁਸੀਂ ਕੁਝ ਹੋਰ ਕਹਿ, ਇੱਕ ਵਾਰੀ ਫਿਰ ਸੁਪਨੇ ਕਹੋਗੇ ਨਾ ਫੇਰ ਪਤਾ ਲੱਗੂ, ਸਵਾਦ ਜਿਹਾ ਬੜਾ ਹੁੰਦਾ। ਚਲੋ ਛੱਡਦੇ ਆ, ਦੋ ਖਬਰਾਂ ਟਾਈਮ ਆਪਾਂ ਪਿਛਾਂ ਛੱਡ ਚੱਲੇ ਆ ਕਿਉਂਕਿ ਸਮਾਂ ਬਹੁਤ ਹੋ ਗਿਆ। ਹਾਈ ਕੋਰਟ ਦੇ ਦੋ ਅਹਿਮ ਫੈਸਲੇ ਆਪਾਂ ਤੁਹਾਡੇ ਨਾਲ ਸਾਂਝੇ ਨਹੀਂ ਕੀਤੇ। ਜਲੰਧਰ ਦੇ ਵਿੱਚ ਡੇਰਾ ਸਿਰਸਾ ਦੇ ਰਾਮ ਰਹੀਮ ਸਿੰਘ ਖਿਲਾਫ ਇੱਕ ਹੋਰ FIR ਹੋਈ ਹੈ, ਤੇ ਇਹ ਅੱਗੇ ਜਾ ਕੇ ਫਿਰ ਲੈ ਲਵਾਂਗੇ ਕਿਉਂਕਿ ਇਹ ਕਿਹੜਾ ਮੁੱਕਣਾ ਹੈ। ਇੰਦਰਪ੍ਰੀਤ ਜੀ ਤੇ ਭਾਸਕਰ ਸਾਹਿਬ ਕਹਿੰਦੇ ਹੁੰਦੇ ਤੇ ਖੂਹ ਆ ਜੋ ਮਰਜ਼ੀ ਸੁੱਟੀ ਚਲੋ, ਆਵਾਜ਼ ਵੀ ਨਹੀਂ ਕਈ ਵਾਰੀ ਆਉਂਦੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।